ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਬਿਨਾਂ ਬ੍ਰੇਕ ਤੋਂ ਪੂਰੇ ਪੰਜਾਬ ਦੇ ਵਿੱਚ ਕੀ ਕੁਝ ਇਸ ਸਮੇਂ ਅਪਡੇਟ ਆ ਤੁਹਾਡੇ ਤੱਕ ਪਹੁੰਚਾਵਾਂਗੇ। ਦੱਸਾਂਗੇ ਕਰੋਨਾ ਨੂੰ ਲੈ ਕੇ ਕਿੰਨੇ ਕੇਸ ਅੱਜ ਸਾਹਮਣੇ ਆਏ ਨੇ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਜੋ ਰਿਪੋਰਟ ਹੈ ਉਹ ਨੈਗੇਟਿਵ ਆਈ ਹੈ। ਪਰ ਸਭ ਤੋਂ ਸ਼ੁਰੂਆਤ ਪਹਿਲਾਂ ਕਰਾਂਗੇ ਇੱਕ ਅਹਿਮ ਖਬਰ ਦੇ ਨਾਲ ਜੋ ਸੂਬੇ ਦੀ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ। ਜੀ ਹਾਂ, ਸੂਬੇ ਦੇ ਕਾਮਗਾਰਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ। ਪੰਜਾਬ 'ਚ ਕਰਫਿਊ ਦੌਰਾਨ ਇੰਡਸਟਰੀ ਨੂੰ ਰਿਆਇਤ ਦਿੱਤੀ ਗਈ ਹੈ। ਨੌਨ ਕੰਟੇਨਮੈਂਟ ਇਲਾਕੇ ਦੇ ਵਿੱਚ ਹੁਣ ਫੈਕਟਰੀਆਂ ਖੁੱਲਣਗੀਆਂ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੋਵੇਗੀ। ਫੈਕਟਰੀ ਦੇ ਵਿੱਚ ਮਜ਼ਦੂਰਾਂ ਦੇ ਲਈ ਪੂਰੇ ਇੰਤਜ਼ਾਮ ਕਰਨੇ ਹੋਣਗੇ। ਫੈਕਟਰੀ ਮਾਲਕ ਨੂੰ ਜੇਕਰ ਉਹ ਚਾਹੁੰਦੇ ਨੇ ਕਿ ਉਹ ਫੈਕਟਰੀ ਚਲਾ ਸਕਣ, ਮਜ਼ਦੂਰਾਂ ਨੂੰ ਰਹਿਣ ਖਾਣੇ ਦਾ ਪ੍ਰਬੰਧ ਕਰਕੇ ਦੇਣਾ ਹੋਵੇਗਾ। ਮਜ਼ਦੂਰਾਂ ਨੂੰ ਆਉਣ ਜਾਣ ਦੀ ਸਹੂਲਤ ਵੀ ਦੇਣੀ ਹੋਵੇਗੀ। ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੋਏਗਾ। ਤੇ ਸੀਐਮ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਹੁਕਮ ਦੇ ਦਿੱਤੇ ਨੇ। ਨੌਨ ਕੰਟੇਨਮੈਂਟ ਇਲਾਕੇ ਉਹੀ ਨੇ ਜਿੱਥੇ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ। यानी फौरी तौर पर देखिए कि जलंधर राहत घट ही उम्मीद है कि मिलेगी। मोहाली, पटियाला, पठानकोट, लुधियाना इन्हां दे विच थोड़ी राहत घट मिलण दी उम्मीद है। उन्हां इलाकिਆਂ ਦੇ ਵਿੱਚ राहत मिल सकती है जिथे कोई दिक्कत नहीं है। पर होर ਜਿਹੜੇ ਜ਼ਿਲ੍ਹੇ ਨੇ ਜਿੱਥੇ ਕੋਈ ਮਾਮਲਾ ਹੁਣ ਤੱਕ ਸਾਹਮਣੇ ਨਹੀਂ ਆਇਆ ਸੀ ਉਹਨਾਂ ਦੇ ਵਿੱਚ ਖਾਸ ਰਾਹਤ ਜ਼ਰੂਰ ਮਿਲਦੀ ਹੋਈ ਇਸ ਸਮੇਂ ਨਜ਼ਰ ਆ ਰਹੀ ਹੈ। ਜਾਂ ਫਿਰ ਜਿੱਥੇ ਇੱਕਾ ਦੁੱਕਾ ਮਾਮਲੇ ਸਾਹਮਣੇ ਆਏ ਉਹਨਾਂ ਦੀ ਵੀ ਰਿਪੋਰਟ ਨੈਗੇਟਿਵ ਆ ਗਈ। ਜਿਵੇਂ ਫਤਿਹਗੜ੍ਹ ਸਾਹਿਬ ਜਿੱਥੇ 2 ਮਾਮਲੇ ਸੀ, ਦੋਵੇਂ ਮਾਮਲਿਆਂ ਦੀ ਰਿਪੋਰਟ ਵੀ ਨੈਗੇਟਿਵ ਆ ਗਈ। ਤਾਂ ਨੌਨ ਕੰਟੇਨਮੈਂਟ ਇਲਾਕੇ ਦੇ ਵਿੱਚ ਫੈਕਟਰੀਆਂ ਨੂੰ ਖੋਲਣ ਦੀ ਇਜਾਜ਼ਤ ਸੂਬਾ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ। ਵੱਡੀ ਰਾਹਤ ਦੀ ਇਹ ਖਬਰ ਤੁਸੀਂ ਕਹਿ ਸਕਦੇ ਹੋ, ਨਾ ਸਿਰਫ ਫੈਕਟਰੀ ਮਾਲਕਾਂ ਦੇ ਲਈ ਬਲਕਿ ਉਸ ਵੱਡੇ ਤਬਕੇ ਦੇ ਲਈ ਜੋ ਮਜ਼ਦੂਰ, ਜੋ ਦਿਹਾੜੀਦਾਰ, ਜੋ ਵਰਕਰਸ ਉੱਥੇ ਕੰਮ ਕਰਦੇ ਨੇ ਉਹਨਾਂ ਦੇ ਲਈ ਵੀ ਇੱਕ ਵੱਡੀ ਰਾਹਤ ਹੈ। ਉਹਨਾਂ ਨੂੰ ਰੋਜ਼ਗਾਰ ਦਾ ਹੀ ਖਤਰਾ ਮੰਡਰਾਉਣ ਲੱਗਾ ਸੀ ਕਿ ਸਾਡੇ ਰੋਜ਼ਗਾਰ ਦਾ ਕੀ ਹੋਏਗਾ, ਪਰ ਰਾਹਤ ਦੀ ਖਬਰ ਇਸ ਸਮੇਂ ਉਹਨਾਂ ਦੇ ਲਈ ਹੈ। ਨੌਨ ਕੰਟੇਨਮੈਂਟ ਇਲਾਕੇ ਦੇ ਵਿੱਚ ਫੈਕਟਰੀਆਂ ਖੋਲਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਨਿਯਮ ਮੰਨਣੇ ਹੋਣਗੇ। ਸਿੱਧਾ ਰੁਖ ਕਰਦੇ ਹਾਂ ਨਪਿੰਦਰ ਬਰਾੜ ਦਾ। ਨਪਿੰਦਰ ਬਰਾੜ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਨਪਿੰਦਰ, ਇਸ ਫੈਸਲੇ ਨੂੰ ਕਿਵੇਂ ਦੇਖਿਆ ਜਾਵੇ? ਇੱਕ ਵੱਡੀ ਰਾਹਤ ਦੀ ਖਬਰ ਸੂਬੇ ਦੇ ਲਈ, ਸੂਬੇ ਦੇ ਫੈਕਟਰੀ ਮਾਲਕਾਂ ਦੇ ਲਈ ਤੇ ਦੂਜੇ ਪਾਸੇ ਉਹਨਾਂ ਲੋਕਾਂ ਦੇ ਲਈ ਵੀ ਜਿਨ੍ਹਾਂ ਦਾ ਸਿੱਧਾ ਰੋਜ਼ਗਾਰ ਜੁੜਿਆ ਹੋਇਆ ਹੈ। देखो करो बिल्कुल, देखो एक वड्डी राहत कह सकते हैं क्योंकि पर ਉਹੀ ਜਿਹੜੀ ਇੰਡਸਟਰੀ ਹੈ ਉਹ ਖੋਲਣ ਦੀ ਗੱਲ ਹੋ ਰਹੀ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਆਉਂਦੀ ਹੈ ਜਾਂ ਜਿਹੜੀ ਚਲਾਉਣੀ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਔਰ ਕਿਤੇ ਨਾ ਕਿਤੇ ਇਹ ਵੀ ਬੜਾ ਧਿਆਨ ਰੱਖਿਆ ਜਾਣਾ ਹੈ ਕਿ ਇਹ ਉਸੇ ਇਲਾਕੇ ਦੇ ਵਿੱਚ ਜਿਹੜੀ ਰਾਹਤ ਦਿੱਤੀ ਜਾਵੇ ਜਿੱਥੇ ਕੋਈ ਖਤਰਾ ਨਹੀਂ ਹੈ, ਜਿੱਥੇ ਇਸ ਵੇਲੇ ਮਾਹੌਲ ਪੂਰਾ ਕੰਟਰੋਲ ਦੇ ਵਿੱਚ ਹੈ। ਤਾਂ ਆਖਿਰ ਕਿਹੜੀ ਇੰਡਸਟਰੀ ਹੈ, ਕਿਹੜੀ ਇੰਡਸਟਰੀ ਨੂੰ ਰਿਆਇਤ ਮਿਲੇਗੀ, ਕਿਵੇਂ ਚੱਲੇਗੀ? ਸਾਡੇ ਨਾਲ ਖੁਦ ਇੰਡਸਟਰੀ ਮਿਨਿਸਟਰ ਮੌਜੂਦ ਨੇ, ਸੁੰਦਰ ਸ਼ਾਮ ਅਰੋੜਾ ਜੀ। ਸੁੰਦਰ ਸ਼ਾਮ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਸਾਰੀ ਇਹਨਾਂ ਤੋਂ ਡਾਇਰੈਕਟ ਆਪਾਂ ਜਾਣਕਾਰੀ ਲੈ ਲੈਂਦੇ ਹਾਂ। ਅਰੋੜਾ ਸਾਹਿਬ, ਕਿਹੜੀ ਇੰਡਸਟਰੀ ਹੈ ਜਿਹੜੀ ਆਪਾਂ ਖੋਲਣ ਜਾ ਰਹੇ ਹਾਂ? ਐਗਜ਼ੈਕਟ ਸਾਡੇ ਦਰਸ਼ਕਾਂ ਨੂੰ ਇਹ ਕਲੀਅਰ ਕਰੋ, ਕਿਹੜੀ ਇੰਡਸਟਰੀ ਹੋਏਗੀ ਔਰ ਕਿਹੜੀਆਂ ਸ਼ਰਤਾਂ ਤਹਿਤ ਖੁੱਲੇਗੀ? ਨਪਿੰਦਰ ਜੀ, ਤੁਹਾਡਾ ਧੰਨਵਾਦ, ਤੁਹਾਡੇ ਚੈਨਲ ਦਾ ਧੰਨਵਾਦ। ਮਾਨਯੋਗ ਮੁੱਖ ਮੰਤਰੀ ਨੇ ਥੋੜੀ ਦੇਰ ਪਹਿਲਾਂ ਹੀ ਐਲਾਨ ਕੀਤਾ ਹੈ ਔਰ ਜਿੰਨੀਆਂ ਵੀ ਸਰਵਿਸ ਉਹਨਾਂ ਨੇ ਅਲਾਉ ਕੀਤੀਆਂ ਨੇ ਔਰ ਉਹਦੇ ਵਿੱਚ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਦੀ ਲੈਟਰ ਸੀ ਉਹਦੇ ਮੁਤਾਬਕ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਹੈਲਥ ਦੇ ਸਿਸਟਮ ਨੂੰ ਸਾਰੇ ਨੂੰ ਦੇਖ ਕੇ, ਹੈਲਥ ਦੇ ਪ੍ਰੋਟੋਕੋਲ ਨੂੰ ਦੇਖ ਕੇ ਇਹ ਜਿਹੜੀ ਇੰਡਸਟਰੀ ਨੂੰ ਅਲਾਉ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਜਿਹੜੀਆਂ ਕਿ ਸ਼ਹਿਰ ਤੋਂ ਬਾਹਰ ਇੰਡਸਟਰੀਆਂ ਨੇ, ਮਿਊਨਿਸਪਲ ਲਿਮਿਟ ਤੋਂ ਬਾਹਰ ਇੰਡਸਟਰੀਆਂ ਨੇ, ਉਹਨਾਂ ਨੂੰ ਕੀਤਾ ਗਿਆ। ਉਹਦੇ ਅੰਦਰ ਖਾਸ ਕਰਕੇ ਇੱਕ ਚੀਜ਼ ਜਿਹੜੀ ਪੰਜਾਬ ਗਵਰਨਮੈਂਟ ਨੇ ਐਡੀਸ਼ਨ ਕੀਤੀ ਹੈ ਉਹ ਇਹ ਹੀ ਹੈ ਕਿ ਜਿਸ ਇੰਡਸਟਰੀ ਦੇ ਵਿੱਚ 10 ਤੋਂ ਜ਼ਿਆਦਾ ਲੇਬਰ ਹੈ ਜਾਂ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਜਾਂ ਤਾਂ ਉਹ ਅੰਦਰ ਜਾਂ ਕੋਈ ਬਾਹਰ ਆਪਣੇ ਪਲਾਟ ਦੇ ਵਿੱਚ ਜਾਂ ਉਹ ਟਰਾਂਸਪੋਰਟ ਦਾ ਇੰਤਜ਼ਾਮ ਕਰੇਗਾ ਤਾਂ ਕਿ ਉਹਨਾਂ ਨੂੰ ਲਿਆ ਜਾ ਸਕੇ। ਪ੍ਰੋਪਰ ਮੈਡੀਕਲ ਚੈੱਕਅਪ, ਪ੍ਰੋਪਰ ਸਾਰੀ ਚੀਜ਼ ਦਾ ਉਹ ਧਿਆਨ ਰੱਖਣਗੇ ਜੋ ਹੈਲਥ ਡਿਪਾਰਟਮੈਂਟ ਦੀਆਂ ਗਾਈਡਲਾਈਨ ਨੇ ਕਰੋਨਾ ਵਾਇਰਸ ਦੇ ਲਈ। ਉਹਨੂੰ ਧਿਆਨ ਮੁੱਖ ਰੱਖ ਕੇ ਉਹ ਜਿਹੜੀ ਆਪਣੀ ਇੰਡਸਟਰੀ ਸ਼ੁਰੂ ਕਰ ਰਹੇ ਨੇ। ਇਹ ਜਿਹੜੀਆਂ 11 ਦੀ ਤੁਸੀਂ ਗੱਲ ਕੀਤੀ ਹੈ, ਇੱਕ ਤਾਂ ਇਹ ਫੋਕਲ ਪੁਆਇੰਟ ਜਿਹੜੇ ਸੀ ਸਾਡੇ ਜਾਂ ਜਿਹੜੇ ਸਾਡੇ ਇੰਡਸਟਰੀਅਲ ਏਰੀਏ ਸੀ, ਇਹ ਮਤਲਬ ਉਹਨਾਂ ਵਿੱਚ ਜਿਹੜੀਆਂ ਇੰਡਸਟਰੀ ਸੀਗੀਆਂ ਜਾਂ ਫੂਡ ਪ੍ਰੋਸੈਸਿੰਗ ਪਲੱਸ ਜਿਹੜੀ ਕਿ ਕੰਟੀਨਿਊਸ ਪ੍ਰੋਸੈਸਿੰਗ ਹੁੰਦੀ ਹੈ ਉਹ ਕੀਤੀ ਹੈ, ਜਾਂ IT ਤਾਂ ਜਿਹੜੀਆਂ ਮਾਈਨਿੰਗ ਅਲਾਉ ਕੀਤੀ ਹੈ, ਪਲੱਸ ਜਿਹੜੀ ਹੈ ਸਾਡੀ ਰਿਫਾਈਨਰੀ ਹੈ ਜਿਹੜੀ ਉਹ ਅਲਾਉ ਕੀਤੀ ਹੈ, ਜੂਟ ਇੰਡਸਟਰੀ ਅਲਾਉ ਕੀਤੀ ਹੈ, ਜਿਹੜਾ ਪੈਕਿੰਗ ਮਟੀਰੀਅਲ ਬਣਾਉਂਦੀ ਹੈ, ਉਹ ਜਿੰਨੀਆਂ ਵੀ ਅਸੈਂਸ਼ੀਅਲ ਸਰਵਿਸਿਜ਼ ਹੈਗੀਆਂ ਉਹ ਅਲਾਉ ਕੀਤੀਆਂ ਨੇ। ਜਾਂ ਜਿਹੜੇ ਲੋਕ
ਆਪਣੀ ਇੰਡਸਟਰੀ ਦੇ ਅੰਦਰ ਲੇਬਰ ਨੂੰ ਰੱਖ ਸਕਦੇ ਸੀ ਜਾਂ ਕਿਸੇ ਪਲਾਟ ਦੇ ਅੰਦਰ ਇੰਡਸਟਰੀ ਤੋਂ ਬਾਹਰ ਵੀ ਰੱਖ ਸਕਦੇ ਸੀ, ਜਾਂ ਜਿਨ੍ਹਾਂ ਨੇ ਟਰਾਂਸਪੋਰਟ ਦਾ ਇੰਤਜ਼ਾਮ ਕੀਤਾ ਲਿਆਉਣ ਦਾ ਕਰਨ ਦਾ ਔਰ ਉਹ ਪ੍ਰੋਟੋਕੋਲ ਪੂਰਾ ਫੋਲੋ ਕਰਨਗੇ ਹੈਲਥ ਡਿਪਾਰਟਮੈਂਟ ਦਾ, ਉਹਨਾਂ ਨੂੰ ਅਲਾਉ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਵੱਲੋਂ। ਕਿਉਂਕਿ ਇੱਕ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ, ਦੇਸ਼ ਦੇ ਸਾਹਮਣੇ ਜਾਂ ਪੰਜਾਬ ਦੇ ਸਾਹਮਣੇ ਆਇਆ ਸੀ ਕਿ ਇੱਕ ਪਾਸੇ ਅਸੀਂ ਜਿਹੜੀ ਹੈ ਕਰੋਨਾ ਮਾਰ ਦੀ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਮਾਰ ਨੂੰ ਚੱਲ ਰਹੇ ਹਾਂ, ਦੂਜੇ ਪਾਸੇ ਅਸੀਂ ਆਰਥਿਕ ਤੌਰ ਤੇ ਬਹੁਤ ਵੀਕ ਹੋ ਰਹੇ ਸੀ। ਇਹ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨ ਨੇ, ਜੇ ਗੱਲ ਕਰਾਂ ਮੈਂ ਮਾਨਯੋਗ ਮੁੱਖ ਮੰਤਰੀ ਦੀ, ਤਾਂ ਅਸੀਂ ਪੰਜਾਬ ਨੇ ਹਰ ਚੀਜ਼ ਵਿੱਚ ਪਹਿਲ ਕੀਤੀ ਹੈ, ਚਾਹੇ ਉਹ ਕਰਫਿਊ ਦੀ ਸੀ ਲੋਕਾਂ ਦੀ ਸਿਹਤ ਵਾਸਤੇ, ਜਿਹਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਇੱਥੇ ਤੱਕ ਕਿ ਦੇਸ਼ ਦੇ ਲੋਕਾਂ ਨੇ ਬਹੁਤ ਸਹਾਰਿਆ ਮਾਨਯੋਗ ਮੁੱਖ ਮੰਤਰੀ ਦੇ ਕੰਮਾਂ ਨੂੰ। ਔਰ ਉਹਦੇ ਲਈ ਅੱਜ ਵੀ ਮੁੱਖ ਮੰਤਰੀ ਤੁਸੀਂ ਦੇਖ ਰਹੇ ਹੋ ਸਾਰਾ ਦਿਨ ਇਹਦੀ ਵਰਕਿੰਗ 'ਚ ਰਹਿੰਦੇ ਨੇ। ਨਹੀਂ, ਪਰ ਉਹਦਾ ਜਿਸ ਤਰ੍ਹਾਂ ਕੱਲ ਗੱਲ ਹੋ ਰਹੀ ਸੀ, ਕੱਲ ਇਹ ਕਿਹਾ ਗਿਆ ਸੀਗਾ ਕਿ ਵੀ ਜਿਸ ਤਰ੍ਹਾਂ ਹੁਣ ਤੱਕ ਕਰਫਿਊ ਲੱਗਾ ਰਿਹਾ 3 ਮਈ ਤੱਕ ਸੇਮ ਹੈ ਜਿਹੜਾ ਕਰਫਿਊ ਉਸੇ ਤਰ੍ਹਾਂ ਪਾਲਣ ਹੋਵੇਗਾ, ਕਿਉਂਕਿ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਇੰਡਸਟਰੀ ਹੈ ਔਰ ਲੁਧਿਆਣਾ ਦੇ ਵਿੱਚ ਹੀ ਕਿੰਨੇ ਕੇਸ ਸਾਹਮਣੇ ਆਏ ਨੇ ਔਰ ਜ਼ਿਆਦਾਤਰ ਕੇਸ ਤਾਂ ਐਸੇ ਨੇ ਜਿਨ੍ਹਾਂ ਦਾ ਆਪਾਂ ਡਿਟੈਕਟ ਨਹੀਂ ਕਰ ਸਕੇ ਕਿ ਉਹ ਕਿੱਥੋਂ ਪੋਜ਼ਿਟਿਵ ਆਏ ਨੇ। ਜਿਹੜੀ ਤਾਂ ਉਹਦਾ ਐਸਾ ਨੂੰ ਵੇਖ ਕੇ ਤਾਂ ਇੰਡਸਟਰੀ ਹੈਲਥ ਡਿਪਾਰਟਮੈਂਟ ਨੂੰ ਜ਼ੋਨ ਬਣਾਏ ਗਏ ਨੇ, ਜਿਹੜੇ ਜ਼ੋਨ 'ਚ ਉਹ ਇੰਡਸਟਰੀ 5 ਕਿਲੋਮੀਟਰ ਦੇ ਅੰਦਰ ਆਉਂਦੀ ਹੈ ਉੱਥੇ ਕੋਈ ਇੰਡਸਟਰੀ ਚਾਲੂ ਨਹੀਂ ਕੀਤੀ ਗਈ, ਉਹ ਉੱਥੇ ਕੋਈ ਇੰਡਸਟਰੀ ਚਾਲੂ ਨਹੀਂ ਕੀਤੀ ਗਈ। ਇਹ ਹੈਲਥ ਡਿਪਾਰਟਮੈਂਟ ਵੱਲੋਂ ਜ਼ੋਨ ਬਣਾਏ ਗਏ ਨੇ, ਉਹਨਾਂ ਜ਼ੋਨਾਂ ਦੇ ਅੰਦਰ ਜਿਹੜੀ ਵੀ ਇੰਡਸਟਰੀ ਆਉਂਦੀ ਹੈ ਉਹਨੂੰ ਸ਼ੁਰੂ ਨਹੀਂ ਕੀਤਾ ਗਿਆ। ਸ਼ਹਿਰ ਤੋਂ ਬਾਹਰਲੀ ਇੰਡਸਟਰੀ ਨੂੰ ਸ਼ੁਰੂ ਕੀਤਾ ਗਿਆ, ਐਸੈਂਸ਼ੀਅਲ ਸਰਵਿਸਿਜ਼ ਵਾਲੀ ਨੂੰ ਸ਼ੁਰੂ ਕੀਤਾ ਗਿਆ। ਯਾਨੀ ਸ਼ਹਿਰ ਦੇ ਅੰਦਰ ਕੋਈ ਵੀ ਇੰਡਸਟਰੀ ਜਿਹੜੀ ਸ਼ਹਿਰ ਦੀ ਆਬਾਦੀ ਦੇ ਅੰਦਰ ਆ ਗਈ ਉਹ ਕੋਈ ਨਹੀਂ ਚੱਲੇਗੀ, ਜਿਹੜੀ ਹੈਲਥ ਡਿਪਾਰਟਮੈਂਟ ਦੇ ਜ਼ੋਨ ਦੇ ਅੰਦਰ ਆ ਗਈ, ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ ਇੱਥੇ ਕੋਈ ਚੀਜ਼ ਇਸ ਏਰੀਆ 'ਚ ਇੰਡਸਟਰੀ ਨਹੀਂ ਹੋ ਸਕਦੀ, ਉਹਦੀ ਗਾਈਡਲਾਈਨ ਨੂੰ ਦੇਖ ਕੇ ਜਿਹੜੀ ਉਹਦੇ 'ਚ ਨਹੀਂ ਆਂਦੀ ਉਹ ਸ਼ੁਰੂ ਕੀਤੀ ਗਈ ਹੈ। ਤਾਂ ਐਸਾ ਨਾ ਹੋਵੇ ਜੀ, ਕਈ ਵਾਰੀ ਕੀ ਹੁੰਦਾ ਹੈ ਕਿ ਜਿੱਦਾਂ ਬਹਾਨਾ ਚਾਹੀਦਾ ਹੈ ਕਿਸੇ ਵੀ ਚੀਜ਼ ਦਾ, ਛੋਟੀ ਜਿਹੀ ਛੋਟ ਦਾ ਬਹਾਨਾ ਦੇ ਕੇ ਉਹਦਾ ਫਿਰ ਤੋਂ ਦੁਰਵਰਤੋਂ ਹੋਣ ਦੀ ਕੋਸ਼ਿਸ਼ ਹੋ ਜਾਂਦੀ ਹੈ, ਉਹਦੇ ਤੇ ਨਜ਼ਰ ਰੱਖਣ ਦੇ ਲਈ ਕੋਈ ਸਖਤੀ। ਦੇਖੋ, ਇਹ ਬਿਲਕੁਲ ਸਾਫ਼ ਨਿਰਦੇਸ਼ ਨੇ ਮਾਨਯੋਗ ਮੁੱਖ ਮੰਤਰੀ ਦੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਲੋਕ ਸਮਝ ਚੁੱਕੇ ਨੇ ਪੰਜਾਬ ਦੇ ਵੀ ਕਿ ਸਿਹਤ ਨਾਲ ਖਿਲਵਾੜ ਨਹੀਂ ਕਰਨਾ। ਜਿੰਨੀ ਦੇਰ ਵੀ ਬੰਦ ਰਿਹਾ, ਲਾਕਡਾਊਨ ਰਿਹਾ, ਕਰਫਿਊ ਰਿਹਾ, ਇਹ ਲੋਕਾਂ ਦੀ ਸਿਹਤ ਵਾਸਤੇ ਕੀਤਾ ਗਿਆ, ਲੋਕਾਂ ਨੂੰ ਪਰੇਸ਼ਾਨੀ ਲਈ ਨਹੀਂ ਕੀਤਾ ਗਿਆ। ਤਾਂ ਮੈਂ ਇਹ ਸਾਰੇ ਲੋਕਾਂ ਨੂੰ ਜਿਨ੍ਹਾਂ ਦੀ ਇੰਡਸਟਰੀ ਖੋਲੀ ਗਈ ਹੈ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਅਗਰ ਉਹ ਹੈਲਥ ਡਿਪਾਰਟਮੈਂਟ ਦੇ ਪ੍ਰੋਟੋਕੋਲ ਨੂੰ ਫਾਲੋ ਕਰਕੇ ਚਲਾਉਣਗੇ ਤਾਂ ਮੈਨੂੰ ਉਮੀਦ ਹੈ, ਔਰ ਅੱਜ ਅਸੀਂ ਅਰਦਾਸ ਵੀ ਕੀਤੀ ਹੈ ਔਰ ਉਹਨਾਂ ਲੋਕਾਂ ਲਈ ਅਰਦਾਸ ਕੀਤੀ ਹੈ ਜਿਹੜੇ ਲੜ ਰਹੇ ਨੇ, ਚਾਹੇ ਉਹ ਹੈਲਥ ਡਿਪਾਰਟਮੈਂਟ ਹੈ, ਚਾਹੇ ਉਹ ਪੁਲਿਸ ਕਰਮਚਾਰੀ ਨੇ, ਚਾਹੇ ਉਹ ਸਫਾਈ ਸੇਵਕ ਨੇ, ਜਿੰਨੇ ਵੀ ਲੋਕ ਇਸ ਯੁੱਧ ਦੇ ਵਿੱਚ ਲੜ ਰਹੇ ਨੇ, ਉਹਨਾਂ ਸਰਬੱਤ ਦੇ ਭਲੇ ਲਈ ਅੱਜ ਅਸੀਂ ਅਰਦਾਸ ਵੀ ਕੀਤੀ ਹੈ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਇਹ ਜਿੰਨੀ ਵੀ ਇੰਡਸਟਰੀ ਚੱਲੇਗੀ, ਜਦੋਂ ਇਹ ਤਰੀਕੇ ਸਾਰੇ ਦੇ ਨਾਲ ਸੈਂਟਰ ਗਵਰਨਮੈਂਟ ਦੀ ਗਾਈਡਲਾਈਨ ਦੇ ਨਾਲ ਜਿਹੜੀ ਵੀ ਚੀਜ਼ ਹੈ, ਜਦੋਂ ਇੱਕ ਸਕਸੈਸਫੁਲ ਹੋ ਜਾਵਾਂਗੇ ਤਾਂ ਜਦੋਂ ਅਸੀਂ ਕਰੋਨਾ ਵਾਇਰਸ ਤੇ ਵਿਜੇ ਪਾ ਲਾਂਗੇ, ਇਹਨੂੰ ਇੱਥੋਂ ਭਜਾ ਦਾਂਗੇ ਤੇ ਬਾਕੀ ਦੀ ਵੀ ਇੰਡਸਟਰੀ ਜਿਹੜੀ ਚਾਲੂ ਹੋ ਜਾਏਗੀ। 2-3 ਮਹੀਨੇ ਦਾ ਟਾਈਮ ਮੈਨੂੰ ਲੱਗਦਾ ਕਿ ਇਹ ਹੌਲੀ ਹੌਲੀ ਇਹ ਪਹਿਲੀ ਵਾਲੀ ਪਟੜੀ ਤੇ ਆਉਣ ਨੂੰ ਲੱਗੇਗਾ, ਪਰ ਪੰਜਾਬ ਸਰਕਾਰ ਗੰਭੀਰ ਹੈ। ਮਾਨਯੋਗ ਮੁੱਖ ਮੰਤਰੀ ਰਾਤ ਦਿਨ ਇਹਦੇ ਲਈ ਕੰਮ ਕਰ ਰਹੇ ਨੇ, ਚਾਹੇ ਹੈਲਥ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ, ਚਾਹੇ ਪੁਲਿਸਮੈਨ ਦੀ ਗੱਲ ਕੀਤੀ ਜਾਵੇ, ਚਾਹੇ ਸਫਾਈ ਸੇਵਕਾਂ ਦੀ ਗੱਲ ਕੀਤੀ ਜਾਵੇ। ਅੱਜ ਹਰ ਵਿਅਕਤੀ ਨੇ ਇਸ ਯੁੱਧ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੇ ਪ੍ਰਤੀ ਅਸੀਂ ਲੜ ਰਹੇ ਹਾਂ, ਵੱਧ ਤੋਂ ਵੱਧ ਸਹਿਯੋਗ ਪਾਇਆ, ਆਪਣੀ ਡਿਊਟੀ ਨਿਭਾਈ ਹੈ। ਔਰ ਜਿਸ ਤਰ੍ਹਾਂ ਮੁੱਖ ਮੰਤਰੀ ਕਰ ਰਹੇ ਨੇ, ਸਵੇਰੇ ਸ਼ਾਮ ਮੈਨੂੰ 2-3 ਵਾਰੀ ਗੱਲ ਕਰਦੇ ਨੇ ਦਿਨ ਦੇ ਅੰਦਰ ਕਿ ਕੀ ਪੋਜੀਸ਼ਨ ਹੈ, ਕਿੱਦਾਂ ਨਹੀਂ। ਇੰਨੀ ਤਰੀਕੇ ਦੇ ਨਾਲ ਮੈਂ ਇਹ ਕਹਿਣਾ ਕਿ ਜਿੱਥੇ ਮੈਂ ਇਹਨਾਂ ਸਰਵਿਸਿਸ ਜਿਹੜੀਆਂ ਕਿ ਲੜ ਰਹੇ ਨੇ ਕਰੋਨਾ ਵਾਇਰਸ ਦੇ ਵਿਰੁੱਧ, ਤੇ ਮਾਨਯੋਗ ਮੁੱਖ ਮੰਤਰੀ ਦਾ, ਪੰਜਾਬ ਸਰਕਾਰ ਦਾ, ਸਾਰੇ ਲੋਕਾਂ ਦਾ ਬਹੁਤ ਵੱਡਾ ਰੋਲ ਹੈ। ਥੋੜਾ ਜੀ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ, ਉਹ ਤਾਂ ਪੁੱਛਣੀ ਚਾਹੂੰਗਾ, ਥੋੜਾ ਸਵਾਲ ਇਸ ਤੋਂ ਹਟ ਕੇ ਹੈ, ਕਿਉਂਕਿ ਤੁਸੀਂ ਇੰਚਾਰਜ ਹੈਗੇ ਹੋ ਨਵਾਂ ਸ਼ਹਿਰ ਔਰ ਹੁਸ਼ਿਆਰਪੁਰ ਦੇ। ਨਵਾਂ ਸ਼ਹਿਰ ਔਰ ਹੁਸ਼ਿਆਰਪੁਰ ਉਹ ਇਲਾਕੇ ਨੇ ਜਦੋਂ ਸਭ ਤੋਂ ਪਹਿਲਾਂ ਬਲਦੇਵ ਸਿੰਘ ਪਠਲਾਵਾ ਵਾਲੇ ਜਦੋਂ ਉਹਨਾਂ ਦੀ ਮੌਤ ਹੋਈ ਆ, ਪੋਜ਼ਿਟਿਵ ਆਏ, ਤਾਂ ਇਦਾਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਖਤਰਾ ਨਵਾਂ ਸ਼ਹਿਰ ਔਰ ਹੁਸ਼ਿਆਰਪੁਰ ਹੈ। ਪਰ ਅੱਜ ਤਸਵੀਰ ਕੁਝ ਹੋਰ ਹੈ। ਅੱਜ ਮੋਹਾਲੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਕੇਸ ਆ ਗਏ, ਲੁਧਿਆਣਾ, ਜਲੰਧਰ ਆ ਗਏ, ਲੁਧਿਆਣੇ ਆ ਗਏ ਨੇ, ਪਟਿਆਲਾ ਆ ਗਏ ਨੇ। ਤਾਂ ਮੈਂ ਇੱਕ ਚੀਜ਼ ਸਮਝਣੀ ਚਾਹੂੰਗਾ ਕਿ ਅੱਜ ਨਵਾਂ ਸ਼ਹਿਰ ਦੇ ਵਿੱਚ ਇੱਕ ਕੇਸ ਆ, ਉਹ ਵੀ ਜਿਹੜਾ ਠੀਕ ਹੋ ਰਿਹਾ, ਹੁਸ਼ਿਆਰਪੁਰ ਦੇ ਵਿੱਚ ਵੀ ਸ਼ਾਇਦ ਇੱਕ ਕੇਸ ਆ ਜਿਹੜਾ ਰਹਿ ਗਿਆ, ਬਾਕੀ ਸਾਰੇ ਠੀਕ ਹੋ ਗਏ। ਤਾਂ ਉੱਥੇ ਕੰਟਰੋਲ ਕਿਸ ਤਰ੍ਹਾਂ ਹੋਇਆ? ਕੀ ਤੁਸੀਂ ਇਸ ਨੂੰ ਲੈ ਕੇ
ਕਿੰਨੀ ਕੁ ਸਖਤੀ ਉੱਥੇ ਕੀਤੀ ਗਈ, ਲਗਾਤਾਰ ਉਹਨਾਂ ਜ਼ਿਲ੍ਹਿਆਂ ਦੇ ਨਾਲ ਬਾਕੀ ਜ਼ਿਲ੍ਹਿਆਂ ਦਾ ਤਾਲਮੇਲ ਆਪਸ ਵਿੱਚ ਬਿਠਾਇਆ ਜਾ ਰਿਹਾ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨੂੰ ਉੱਥੇ ਹੀ ਸਮੇਟ ਕੇ ਰੱਖ ਦਿੱਤਾ। ਦੇਖੋ, ਇੱਕ ਤਾਂ ਹਰ ਹੈਲਥ ਡਿਪਾਰਟਮੈਂਟ ਦਾ, ਪੁਲਿਸ ਡਿਪਾਰਟਮੈਂਟ ਦਾ, ਸਫਾਈ ਸੇਵਕਾਂ ਦਾ ਬਹੁਤ ਵੱਡਾ ਰੋਲ ਹੈ। ਜਿੰਨੇ ਵੀ ਇਸ ਕਰੋਨਾ ਵਾਇਰਸ ਦੇ ਵਿਰੁੱਧ ਲੱਗੇ ਹੋਈਆਂ ਜਿੰਨੇ ਵੀ ਲੋਕ ਨੇ, ਔਰ ਉੱਥੇ ਇਹ ਜਿਹੜਾ ਹੁਣ ਪਟਿਆਲਾ ਜਾਂ ਲੁਧਿਆਣਾ ਜਾਂ ਜਲੰਧਰ ਦੀ ਆ ਰਹੀ ਹੈ, ਇਹ ਬਹੁਤ ਛੋਟੀਆਂ ਗਲੀਆਂ ਦੇ ਵਿੱਚ ਜਿੱਥੇ ਕੋਈ ਲੋਕ ਰਹਿੰਦੇ ਸੀ ਇੱਦਾਂ ਅੱਗੇ ਸਪਰੈਡ ਹੋਇਆ। ਪਰ ਜਿੱਥੇ ਹੁਸ਼ਿਆਰਪੁਰ ਜਾਂ ਨਵੇਂ ਸ਼ਹਿਰ ਦੀ ਗੱਲ ਕੀਤੀ ਜਾਵੇ, ਬਹੁਤ ਵਧੀਆ ਕੰਮ ਕੀਤਾ ਹੈਲਥ ਡਿਪਾਰਟਮੈਂਟ ਕਰ ਰਿਹਾ। ਵੈਸੇ ਸਾਰਾ ਪੰਜਾਬ ਕਰ ਰਿਹਾ, ਸਾਰੇ ਪੰਜਾਬ ਦਾ ਹੈਲਥ ਡਿਪਾਰਟਮੈਂਟ ਕਰ ਰਿਹਾ। ਲੇਕਿਨ ਕਿਵੇਂ ਪ੍ਰੋਪਰ ਉਹਨਾਂ ਨੇ ਜਿਹੜਾ ਹੈਗਾ ਤਾਲਮੇਲ ਹੀ ਤੋੜ ਦਿੱਤਾ, ਪਿੰਡਾਂ 'ਚ ਸਖਤੀ ਇੰਨੀ ਜ਼ਿਆਦਾ ਕੀਤੀ ਸੀ, ਤਾਂ ਫਿਰ ਲੱਗਦਾ ਨਹੀਂ ਕਿ ਉਹ ਸਖਤੀ ਬਾਕੀ ਦੇਖੋ ਲੋਕਾਂ ਨੇ ਬਹੁਤ ਸਾਥ ਦਿੱਤਾ ਇਹਦੇ ਲਈ। ਬਿਲਕੁਲ ਲੋਕਡਾਊਨ ਕੀਤਾ ਗਿਆ, ਜਿੱਥੇ ਬੰਦ ਕੀਤਾ ਗਿਆ ਉਸ ਪਿੰਡ ਨੂੰ ਜਿੱਥੋਂ ਇਹ ਵਾਇਰਸ ਆਇਆ ਸੀ, ਪ੍ਰੋਪਰ ਧਿਆਨ ਕੀਤਾ, ਰਾਤ ਦਿਨ ਧਿਆਨ ਕੀਤਾ। ਅੱਜ ਹੁਸ਼ਿਆਰਪੁਰ ਵੀ ਗ੍ਰੀਨ ਜ਼ੋਨ 'ਚ ਹੋਣ ਜਾ ਰਿਹਾ, ਨਵਾਂ ਸ਼ਹਿਰ ਵੀ ਗ੍ਰੀਨ ਜ਼ੋਨ 'ਚ ਹੋਣ ਜਾ ਰਿਹਾ। ਜਿੱਥੇ ਤੱਕ ਮੈਂ ਕਪੂਰਥਲੇ ਦੀ ਗੱਲ ਕਰਾਂ, 1-2 ਕੇਸ ਫਗਵਾੜੇ ਦੇ ਛੱਡ ਕੇ ਬਹੁਤ ਜਲਦੀ ਅਸੀਂ ਉਹ ਵੀ ਗ੍ਰੀਨ ਜ਼ੋਨ 'ਚ ਆ ਜਾਾਂਗੇ ਔਰ ਅਸੀਂ ਕਰੋਨਾ ਵਾਇਰਸ ਤੋਂ ਮੁਕਤੀ ਪਾ ਲਾਂਗੇ ਜੀ। ਤਾਂ ਗੌਰਵ ਦੇਖੋ, ਹਾਲਾਂਕਿ ਇੰਡਸਟਰੀ ਦੀ ਗੱਲ ਹੋ ਰਹੀ ਹੈ, ਕਹਿੰਦੇ ਨੇ ਕਿ ਉਹ ਇੰਡਸਟਰੀ ਖੋਲੀ ਜਾ ਰਹੀ ਹੈ ਜਿਹੜੀ ਐਸੈਂਸ਼ੀਅਲ ਸਰਵਿਸ ਦੇ ਵਿੱਚ ਆਉਂਦੀ ਹੈ। ਦੂਸਰਾ, ਜਿਹੜੀ ਇੰਡਸਟਰੀ ਆਬਾਦੀ ਤੋਂ ਬਾਹਰ ਹੈ, ਯਾਨੀ ਸ਼ਹਿਰ ਤੋਂ ਬਾਹਰ ਹੈ, ਅਗਰ ਕੋਈ ਕਤਾਹੀ ਕਰੇਗਾ, ਕੋਈ ਗਲਤ ਕਰੇਗਾ, ਇਹਨਾਂ ਦੀ ਆੜ ਦੇ ਵਿੱਚ ਕੋਈ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਵੀ ਹੋਏਗੀ। ਔਰ ਬਿਲਕੁਲ ਸਾਫ਼ ਦਿੱਤਾ ਨਹੀਂ, ਕਿਉਂਕਿ ਅਗਰ ਕਰਫਿਊ ਲਾਇਆ ਗਿਆ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਲਾਇਆ ਗਿਆ। ਇਸ ਚੀਜ਼ ਦਾ ਨਜਾਇਜ਼ ਫਾਇਦਾ ਕਿਸੇ ਨੂੰ ਚੁੱਕਣ ਨਹੀਂ ਦਿੱਤਾ ਜਾਵੇਗਾ। ਪ੍ਰੋਪਰ ਮੋਨੀਟਰਿੰਗ ਕੀਤੀ ਜਾ ਰਹੀ ਹੈ। ਔਰ ਜਿਹੜੀ ਇੱਕ ਅਸੀਂ ਹਟ ਕੇ ਗੱਲ ਕੀਤੀ ਹੈ ਕਿ ਨਵਾਂ ਸ਼ਹਿਰ ਔਰ ਹੁਸ਼ਿਆਰਪੁਰ ਅੱਜ ਗ੍ਰੀਨ ਜ਼ੋਨ ਦੇ ਵਿੱਚ ਹੋਣ ਜਾ ਰਿਹਾ ਬੜੀ ਜਲਦੀ, ਉੱਥੋਂ ਦੇ ਇੰਚਾਰਜ ਨੇ ਮੰਤਰੀ ਸਾਹਿਬ, ਤਾਂ ਕਹਿੰਦੇ ਨੇ ਕਿ ਲੋਕਾਂ ਨੇ ਬੜਾ ਸਹਿਯੋਗ ਕੀਤਾ। ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੇਸ ਆ ਰਹੇ ਨੇ, ਚਾਹੇ ਜਲੰਧਰ ਹੈ, ਚਾਹੇ ਪਟਿਆਲਾ ਹੈ, ਚਾਹੇ ਮੋਹਾਲੀ ਹੈ, ਕਿ ਅਸੀਂ ਵੀ ਉਹਨਾਂ ਲੋਕਾਂ ਵਾਂਗ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਲੋਕਾਂ ਵਾਂਗ, ਉਹਨਾਂ ਪਿੰਡਾਂ ਵਾਲਿਆਂ ਵਾਂਗ ਅਗਰ ਖੁਦ ਨੂੰ ਅਸੀਂ ਸਮੇਟ ਕੇ ਰੱਖ ਲਈਏ, ਖੁਦ ਹੀ ਇੰਨੇ ਜ਼ਿਆਦਾ ਬੰਦਿਸ਼ਾਂ ਦੇ ਵਿੱਚ ਖੁਦ ਨੂੰ ਲੈ ਆਈਏ, ਤਾਂ ਅਸੀਂ ਵੀ ਉਹਨਾਂ ਦੇ ਵਾਂਗ ਜਲਦੀ ਗ੍ਰੀਨ ਜ਼ੋਨ ਦੇ ਵਿੱਚ ਆ ਸਕਦੇ ਹਾਂ। ਇੱਕ ਸੁਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਹੈ। ਤਾਂ ਇੰਡਸਟਰੀ ਜਿਹੜੀ ਹੈ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 11 ਕਿਸਮ ਦੀ ਜਿਹੜੀ ਇੰਡਸਟਰੀ ਹੈ ਉਹ ਜਿਹੜੀ ਸ਼ੁਰੂ ਕਰਨ ਦੀ ਤਿਆਰੀ ਹੈ ਜੀ। ਸ਼ੁਕਰੀਆ ਨਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੇ ਤੁਹਾਡੇ ਨਾਲ ਮੰਤਰੀ ਜੁੜੇ ਹੋਏ ਸਨ ਸੁੰਦਰ ਸ਼ਾਮ ਅਰੋੜਾ, ਉਹਨਾਂ ਦਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਇਸ ਸਮੇਂ ਹੈ, ਜੋ ਐਮਰਜੈਂਸੀ ਸੇਵਾਵਾਂ ਦੇ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਨੇ ਉਹਨਾਂ ਨੂੰ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਗਈ ਹੈ, ਮਨਜ਼ੂਰੀ ਦਿੱਤੀ ਗਈ ਹੈ। ਤੇ ਦੂਜੇ ਪਾਸੇ ਇਹ ਵੀ ਸਾਫ਼ ਕੀਤਾ ਗਿਆ ਕਿ ਹਰ ਨਿਯਮ ਕਾਨੂੰਨ ਦਾ ਧਿਆਨ ਉਹਨਾਂ ਨੂੰ ਰੱਖਣਾ ਹੋਵੇਗਾ। ਜੇਕਰ ਉਹ ਕਰਫਿਊ ਦੇ ਜਿਹੜੇ ਨਿਯਮ ਦੇ ਉਸ ਦੀ ਉਲੰਘਣਾ ਕਰਦੇ ਨੇ ਤਾਂ ਫਿਰ ਦਿੱਕਤ ਹੋਏਗੀ, ਤਾਂ ਉਹਨਾਂ ਦੀ ਕਾਰਵਾਈ ਵੀ ਹੋ ਸਕਦੀ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ। ਪੰਜਾਬ ਕਾਂਗਰਸ ਦਾ ਜ਼ਿਕਰ ਹੋਏਗਾ। ਪੰਜਾਬ ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਰਾਹਤ ਪੈਕੇਜ ਮੰਗਿਆ ਹੈ। ਜੀ ਹਾਂ, ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਲਈ 20,000 ਕਰੋੜ ਰੁਪਏ ਦਿੱਤੇ ਜਾਣ, ਵਿਸ਼ੇਸ਼ ਪੈਕੇਜ ਪੰਜਾਬ ਦੇ ਲਈ ਦਿੱਤਾ ਜਾਵੇ। ਜੈ ਘੋਸ਼ ਦਿਵਸ ਤੇ ਜਾਖੜ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਮੰਗ ਚੁੱਕੀ। ਪ੍ਰਧਾਨ ਮੰਤਰੀ ਨੂੰ ਜੈ ਘੋਸ਼ ਪ੍ਰੋਗਰਾਮ ਦੀ ਵੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ। ਦਰਅਸਲ ਅੱਜ ਦੇ ਦਿਨ 6 ਵਜੇ ਸ਼ਾਮ ਨੂੰ ਇਹ ਪਹਿਲਾਂ ਹੀ ਪ੍ਰੋਗਰਾਮ ਉਲੀਕਿਆ ਗਿਆ ਸੀ ਪੰਜਾਬ ਕਾਂਗਰਸ ਦੇ ਵੱਲੋਂ ਕਿ ਜੈ ਘੋਸ਼ ਦਿਵਸ ਦੇ ਤੌਰ ਦੇ ਉੱਤੇ ਇਸ ਨੂੰ ਮਨਾਇਆ ਜਾਵੇ, ਜੈਕਾਰੇ ਲਗਾਏ ਜਾਣ, ਬੋਲੇ ਸੋ ਨਿਹਾਲ ਦੇ, ਹਰ ਹਰ ਮਹਾਦੇਵ ਦੇ, ਜੈ ਸ਼੍ਰੀ ਰਾਮ ਦੇ ਖੂਬ ਨਾਰੇ ਗੂੰਜਦੇ ਨਜ਼ਰ ਆਏ ਨੇ, ਜੈਕਾਰੇ ਗੂੰਜਦੇ ਪੰਜਾਬ ਦੇ ਵਿੱਚ ਨਜ਼ਰ ਆਏ ਨੇ। ਤੇ ਇਸ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਉਸ ਦੇ ਵਿੱਚ ਜ਼ਿਕਰ ਕੀਤਾ ਕਿ ਇਸ ਸਮੇਂ ਜੋ ਪੰਜਾਬ ਦੇ ਵਿੱਚ ਹਾਲਾਤ ਨੇ, ਖਾਸ ਤੌਰ ਤੇ ਵਿੱਤੀ ਹਾਲਾਤ, ਲੌਕਡਾਊਨ ਦੀ ਵਜ੍ਹਾ ਦੇ ਨਾਲ, ਕਰਫਿਊ ਦੀ ਵਜ੍ਹਾ ਦੇ ਨਾਲ ਇੱਕ ਇਕਨੋਮੀ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਸਾਫ਼ ਤੌਰ ਤੇ ਹਰ ਕਿਸੇ ਨੂੰ ਦਿਖ ਰਿਹਾ ਹੈ, ਤਾਂ ਉਸ ਤੋਂ ਬਾਹਰ ਨਿਕਲਣ ਦੇ ਲਈ ਪੰਜਾਬ ਦੀ ਕੇਂਦਰ ਸਰਕਾਰ ਮਦਦ ਕਰੇ। 20,000 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ, ਜਿਸ ਦੇ ਵਿੱਚ 20,000 ਕਰੋੜ ਰੁਪਏ ਉਹਨਾਂ ਦੇ ਵੱਲੋਂ ਹੁਣ ਮੰਗ ਰੱਖੀ ਗਈ ਹੈ ਕਿ ਪੰਜਾਬ ਨੂੰ ਇਹ ਰਾਹਤ ਦਿੱਤੀ ਜਾਵੇ ਤਾਂ ਕਿ ਪੰਜਾਬ ਮੁੜ ਤੋਂ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕੇ। ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਕਿ ਇਸ ਸਮੇਂ ਇੱਕ ਵੱਡਾ ਕ੍ਰਾਈਸਿਸ ਤਾਂ ਪੂਰੇ ਪੰਜਾਬ, ਪੂਰੀ ਦੁਨੀਆ ਦੇ ਸਾਹਮਣੇ ਹੈ, ਪਰ ਪੰਜਾਬ ਪਹਿਲਾਂ ਹੀ ਸਰਕਾਰ ਲਗਾਤਾਰ ਜ਼ਿਕਰ ਕਰਦੀ ਆਈ ਹੈ ਨਜ਼ਰ ਕਿ ਪੰਜਾਬ ਦੇ ਵਿੱਤੀ ਹਾਲਾਤ ਬਹੁਤ ਠੀਕ ਨਹੀਂ ਨੇ, ਕਰਜ਼ਾ ਬਹੁਤ ਹੈ ਪੰਜਾਬ ਦੇ ਸਿਰ ਦੇ ਉੱਤੇ। ਤੇ ਇਸ ਵਿਚਾਲੇ ਪੰਜਾਬ ਦੀ ਸਨਅਤ ਨੂੰ, ਕਿਸਾਨਾਂ ਨੂੰ ਜਾਂ ਹੋਰ ਜਿਹੜੇ ਖਿੱਤੇ ਨੇ ਉਹਨਾਂ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਇੱਕ ਵੱਡੇ ਪੈਕੇਜ ਦੀ ਜ਼ਰੂਰਤ ਹੈ ਤੇ ਇਸ ਦੀ ਮੰਗ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਤੋਂ ਕੀਤੀ ਗਈ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਗੱਲ ਕਿਸਾਨਾਂ ਦੀ। ਇਸ ਸਮੇਂ ਮੀਂਹ ਦਾ ਮਾਹੌਲ ਪੰਜਾਬ ਪੂਰੇ ਦੇ ਵਿੱਚ ਨਜ਼ਰ ਆ ਰਿਹਾ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਹੋਈ ਹੈ। ਜੀ ਹਾਂ, ਕੱਲ ਅਤੇ ਪਰਸੋਂ ਵੀ ਰੁਕ ਕੇ ਮੀਂਹ ਪੈਣ ਦਾ ਖਦਸ਼ਾ ਜਤਾਇਆ ਗਿਆ ਹੈ। ਤੁਹਾਨੂੰ ਦੱਸ ਦਈਏ, ਮੌਸਮ ਵਿਭਾਗ ਦੇ ਵੱਲੋਂ
ਯਾਨੀ ਕਿ ਮੰਗਲਵਾਰ ਅਤੇ ਬੁੱਧਵਾਰ ਦਾ ਦਿਨ ਵੀ ਅਜਿਹਾ ਹੋਏਗਾ ਜਦੋਂ ਬਾਰਿਸ਼ ਇੱਕ ਵਾਰ ਫਿਰ ਤੋਂ ਹੋ ਸਕਦੀ ਹੈ। ਰੁਕ ਰੁਕ ਕੇ, ਹਾਲਾਂਕਿ ਕਿਹਾ ਜਾ ਰਿਹਾ ਕਿ ਬਹੁਤ ਜ਼ਬਰਦਸਤ ਤਾਂ ਨਹੀਂ, ਰੁਕ ਰੁਕ ਕੇ ਬਰਸਾਤ ਹੁੰਦੀ ਰਹੇਗੀ ਜੋ ਲਾਜ਼ਮੀ ਤੌਰ ਤੇ ਦਿੱਕਤ ਕਰ ਸਕਦੀ ਹੈ। ਕਰਫਿਊ ਤੋਂ ਬਾਅਦ ਮੌਸਮ ਨੇ ਇੱਕ ਵਾਰ ਜ਼ਰੂਰ ਕਿਸਾਨਾਂ ਦੇ ਉੱਤੇ ਫਿਰ ਮਾਰ ਪਾਈ ਹੈ। ਤਾਂ ਦੋਹਰੀ ਮਾਰ ਇਸ ਸਮੇਂ ਚੱਲ ਰਹੇ ਨੇ ਕਿਸਾਨ, ਖਾਸ ਤੌਰ ਤੇ ਜੋ ਮੰਡੀਆਂ ਦੇ ਵਿੱਚ ਪਹੁੰਚ ਗਏ ਨੇ ਜਾਂ ਜਿਨ੍ਹਾਂ ਦੀ ਖੇਤਾਂ ਦੇ ਵਿੱਚ ਇਸ ਸਮੇਂ ਫਸਲ ਖੜੀ ਹੈ, ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ। ਮੰਡੀਆਂ ਦੇ ਵਿੱਚ ਇਸ ਸਮੇਂ ਅਨਾਜ ਪਿਆ, ਕਣਕ ਲੈ ਕੇ ਪਹੁੰਚੇ ਨੇ ਕਈ ਕਿਸਾਨਾਂ ਦੀ। ਤਾਂ ਕਣਕ ਦੀ ਉੱਥੇ ਬੋਲੀ ਹੋ ਚੁੱਕੀ ਹੈ, ਉਸ ਦੀ ਭਰਤੀ ਵੀ ਹੋ ਚੁੱਕੀ ਹੈ, ਪਰ ਬਹੁਤ ਸਾਰੇ ਕਿਸਾਨ ਅਜਿਹੇ ਸੀ ਜੋ ਆਪਣੀ ਫਸਲ ਲੈ ਕੇ ਉੱਥੇ ਪਹੁੰਚੇ ਸੀ। ਨਮੀ ਦਾ ਜ਼ਿਕਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਅਜੇ ਤੱਕ ਫਸਲ ਦੀ ਖਰੀਦ ਨਹੀਂ ਹੋਈ ਸੀ ਤੇ ਉਸ ਦਾ ਅਸਰ ਦੇਖੋ ਮੰਡੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਹੈ। ਜਦੋਂ ਬਰਸਾਤ ਹੋਈ ਤਾਂ ਜ਼ਿਆਦਾ ਇੰਤਜ਼ਾਮ ਤਾਂ ਕੋਈ ਨਹੀਂ ਸੀ। ਤਰਪਾਲਾਂ ਦੇ ਛੋਟੇ-ਛੋਟੇ ਟੋਟੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਜ਼ਰੀਏ ਇਸ ਕਣਕ ਦੀਆਂ ਢੇਰੀਆਂ ਨੂੰ ਢੱਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ, ਪਰ ਜ਼ਿਆਦਾ ਫਾਇਦਾ ਕੁਝ ਹੋਇਆ ਹੋਏਗਾ ਕਿਉਂਕਿ ਬਰਸਾਤ ਤੇਜ਼ ਸੀ ਤੇ ਫਿਰ ਤਰਪਾਲ ਦੇ ਹੇਠਾਂ ਤੋਂ ਵੀ ਪਾਣੀ ਕਣਕ ਦੀਆਂ ਢੇਰੀਆਂ ਦੇ ਵਿੱਚ ਵੜ ਗਿਆ। ਤੇ ਨਮੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, 12% ਨਮੀ ਹੋਵੇ ਤਾਂ ਹੀ ਕਣਕ ਖਰੀਦੀ ਜਾਂਦੀ ਹੈ, ਜਿਸ ਤੋਂ ਜ਼ਿਆਦਾ ਹੋਏਗੀ ਤਾਂ ਫਿਰ ਕਣਕ ਨਹੀਂ ਖਰੀਦੀ ਜਾਂਦੀ। ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖਤਾ ਕਰਨ ਦੇ ਇੰਤਜ਼ਾਮ ਲੱਖਾਂ ਦਾਅਵੇ ਕੀਤੇ ਗਏ ਸਨ, ਪਰ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਅਸੀਂ ਇਸ ਵਕਤ ਹਾਂ ਨਾਭਾ ਦੀ ਅਨਾਜ ਮੰਡੀ ਵਿੱਚ। ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਮੀਂਹ ਦੇ ਨਾਲ ਸਾਰੀ ਫਸਲ ਭਿੱਜ ਚੁੱਕੀ ਹੈ ਤੇ ਹਜ਼ਾਰਾਂ ਬੋਰੀਆਂ ਖੁੱਲ੍ਹੇ ਆਸਮਾਨ ਦੇ ਨੀਚੇ ਪਈਆਂ ਹਨ। ਤੇ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ, ਇਹ ਵੇਖ ਸਕਦੇ ਹੋ ਤਸਵੀਰਾਂ, ਕਣਕ ਜਿਹੜਾ ਹੈਗਾ ਪਾਣੀ ਵਿੱਚ ਭਿੱਜ ਚੁੱਕੀ ਹੈ। ਭਾਵੇਂ ਕਿ ਕਿਸਾਨਾਂ ਵੱਲੋਂ ਆਪਣੀ ਤਰਫ ਤੋਂ ਤਰਪਾਲਾਂ ਦਿੱਤੀਆਂ ਗਈਆਂ ਹਨ, ਪਰ ਫਿਰ ਵੀ ਤੇਜ਼ ਬਾਰਿਸ਼ ਨੇ ਸਾਰੀ ਕਣਕ ਨੂੰ ਭਿਉਂ ਦਿੱਤਾ ਹੈ। ਹਜ਼ਾਰਾਂ ਬੋਰੀਆਂ ਸ਼ੈੱਡਾਂ ਨੀਚੇ ਪਈਆਂ ਹਨ ਅਤੇ ਹਜ਼ਾਰਾਂ ਹੀ ਬਾਹਰ ਪਈਆਂ ਹਨ, ਪਰ ਇੱਥੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਖੱਜਲ ਖਵਾਰ ਹੋ ਰਹੇ ਹਨ। ਸਰਕਾਰ ਵੱਲੋਂ ਬਾਰ-ਬਾਰ ਕਿਹਾ ਗਿਆ ਸੀ ਕਿ ਅਸੀਂ ਮੰਡੀਆਂ ਵਿੱਚ ਪੁਖਤਾ ਇੰਤਜ਼ਾਮ ਕਰ ਲਏ ਹਨ, ਪਰ ਇਹ ਪੁਖਤਾ ਇੰਤਜ਼ਾਮ ਦੀ ਪੋਲ ਖੋਲ੍ਹਦੀ ਇਹ ਤਸਵੀਰਾਂ ਸਾਫ਼ ਵਿਖਾਈ ਦੇ ਰਹੇ ਨੇ। ਸਾਡੇ ਨਾਲ ਕਿਸਾਨ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਉਹ ਕਿੰਨੇ ਦਿਨ ਤੋਂ ਆਏ ਨੇ ਤੇ ਕੀ ਮੀਂਹ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀਆਂ ਨੇ। ਕੀ ਨਾਮ ਹੈ ਜੀ ਆਪਣਾ? ਮੋਹਨ ਸਿੰਘ ਆ ਜੀ, ਬੌੜਾ ਖੁਰਦ ਪਿੰਡ ਤੋਂ ਜੀ। ਜਿਹੜਾ ਅੱਜ ਬਾਰਿਸ਼ ਹੁਣ ਪੈ ਰਹੀ ਹੈਗੀ, ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਤੁਹਾਡੀ ਫਸਲ? ਨੁਕਸਾਨ ਤਾਂ ਦੇਖੋ ਜੀ, ਸਾਰੀ ਫਸਲ ਪੱਕ ਕੇ ਤਿਆਰ ਆ, ਕੁਛ ਮੰਡੀ 'ਚ ਆ ਗਈ, ਕੁਛ ਖੇਤ 'ਚ ਪਈ ਹੈ। ਸਾਰੀ ਫਸਲ ਨੁਕਸਾਨ ਦੇ ਨੀਚੇ ਹੀ ਹੈ ਜੀ। ਪਾਣੀ ਲੱਗ ਗਿਆ ਜਿਹੜੀ ਫਸਲ ਨੂੰ, ਨਾ ਤਾਂ ਉਹਦਾ ਉਹ ਵਜਨ ਰਹਿਣਾ, ਉਹ ਵਜਨ ਵੀ ਸਾਰਾ ਵਜਨ ਤਾਂ ਸਾਡਾ ਘਟਿਆ ਜੀ। ਇਹਨਾਂ ਨੇ ਤਾਂ ਗੌਰਮੈਂਟ ਨੇ ਤਾਂ ਖਰੀਦਣੀ ਆ, ਹੁਣ ਆਪਦੀ ਸੁੱਕੀ ਲੈਣੀ ਆ, ਫਿਰ ਵੀ ਫਸਲ ਮੋਇਸਚਰ ਵੀ ਸਾਤੋਂ ਕੱਟਿਆ ਜਾਊਗਾ, ਜੋ ਗਿੱਲੀ ਹੋਊਗੀ, ਜੋ ਮਰਜ਼ੀ ਹੋਊਗੀ। ਇਹ ਤਾਂ ਨੁਕਸਾਨ ਤਾਂ ਜ਼ਿਮੀਂਦਾਰ ਦੀ ਹੋਇਆ ਜੀ, ਸਭ ਤੋਂ ਵੱਡਾ ਇਹ ਬਹੁਤ ਵੱਡਾ ਨੁਕਸਾਨ ਆ। ਪਹਿਲੀ ਜ਼ਿਮੀਂਦਾਰ ਜੀ, ਤੁਹਾਨੂੰ ਪਤਾ ਵੀ ਕਿਹੜੇ ਹਾਲਾਤਾਂ 'ਚ ਗੁਜ਼ਰ ਰਿਹਾ, ਤੇ ਬਾਕੀ ਦੇਖ ਲਓ ਜੀ, ਤੁਹਾਡੇ ਸਾਹਮਣੇ ਆ ਜੋ ਵੀ ਹੈ ਮੰਡੀ 'ਚ। ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ, ਇਹ ਸ਼ੈੱਡ ਦੇ ਜੋ ਨੀਚੇ ਅੰਬਾਰ ਲੱਗਿਆ ਪਿਆ ਬੋਰੀਆਂ ਦਾ, ਤੁਸੀਂ ਸਾਫ਼ ਦੇਖ ਸਕਦੇ ਹੋ, ਅਤੇ ਦੂਜੇ ਪਾਸੇ ਕਣਕ ਦੇ ਜੋ ਅੰਬਾਰ ਨੇ ਬਾਹਰ ਬੋਰੀਆਂ ਦੇ, ਉਹ ਵੀ ਲੱਗੇ ਪਏ ਨੇ। ਪਰ ਪ੍ਰਸ਼ਾਸਨ ਦੀ ਇੱਥੇ ਦੀ ਬਹੁਤ ਵੱਡੀ ਨਲਾਇਕੀ ਹੈ, ਕਿਉਂਕਿ ਜੋ ਖੁੱਲ੍ਹੇ ਆਸਮਾਨ ਦੇ ਨੀਚੇ ਜੋ ਬੋਰੀਆਂ ਸੀ ਉਹ ਭੇਜਣੋਂ ਬਚ ਸਕਦੀਆਂ ਸੀ, ਜੇਕਰ ਅੰਦਰ ਜੋ ਪਈਆਂ ਨੇ ਬੋਰੀਆਂ ਉਹਨਾਂ ਨੂੰ ਚੱਕ ਲਿੱਤਾ ਜਾਂਦਾ। ਕਿਸਾਨ ਹਰ ਵਾਰ ਜਿਹੜਾ ਹੈਗਾ ਨੁਕਸਾਨ ਝੱਲਦੇ ਨੇ, ਚਾਹੇ ਉਹ ਜੀਰੇ ਦੀ ਸੀਜ਼ਨ ਹੋਵੇ, ਚਾਹੇ ਉਹ ਕਣਕ ਦੇ ਸੀਜ਼ਨ ਹੋਵੇ, ਚਾਹੇ ਕੁਦਰਤੀ ਮਾਰ ਨੂੰ ਲੈ ਕੇ ਹੋਵੇ, ਪਰ ਸਰਕਾਰਾਂ ਕਿਸਾਨਾਂ ਦੀਆਂ ਬਾਂਹ ਨਹੀਂ ਫੜ ਰਹੀਆਂ। ਨਾਭਾ ਤੋਂ ਭੁਪਿੰਦਰ ਸਿੰਘ, ਨਿਊਜ਼ 18 ਪੰਜਾਬ। ਕਿਸਾਨ ਪਹਿਲਾਂ ਹੀ ਪਰੇਸ਼ਾਨ ਹੈ, ਉੱਤੋਂ ਮੌਸਮ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ। ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੀ ਮੰਡੀ ਦੇ ਵਿੱਚ ਇਸ ਟਾਈਮ ਬਾਰਿਸ਼ ਦਾ ਮਾਹੌਲ ਹੈ ਔਰ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਬਾਹਰ ਖੁੱਲ੍ਹੇ 'ਚ ਹੀ ਪਈ ਹੈ। ਫਸਲ ਨੂੰ ਬਚਾਉਣ ਲਈ ਕਿਸਾਨ ਜਦੋਜਹਿਦ ਕਰ ਰਹੇ ਨੇ। ਜਿੰਨਾ ਮੰਡੀ 'ਚ ਪਾਣੀ ਖੜਾ ਹੈ, ਉਹਨਾਂ ਦੀ ਫਸਲ ਕੋਲ ਖੜਾ ਹੈ, ਉਹਨੂੰ ਚੱਕ ਕੇ ਬਾਹਰ ਸਿੱਟ ਰਹੇ ਨੇ ਤਾਂ ਕਿ ਉਹਨਾਂ ਦੀ ਕਣਕ ਬਚ ਸਕੇ। ਲੇਕਿਨ ਫਿਰ ਵੀ ਕਣਕ ਦੇ ਵਿੱਚ ਨਮੀ ਆ ਰਹੀ ਹੈ, ਕਿਸਾਨਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਕੁਝ ਕਿਸਾਨ ਨੇ, ਉਹਨਾਂ ਨਾਲ ਗੱਲ ਕਰਦੇ ਨੇ। ਇੱਕ ਤਾਂ ਕਰੋਨਾ ਦੀ ਮਹਾਮਾਰੀ, ਦੂਜਾ ਉੱਪਰੋਂ ਮੌਸਮ ਵੀ ਇਹਨਾਂ ਦਾ ਸਾਥ ਨਹੀਂ ਦੇ ਰਿਹਾ। ਕੀ ਕਹਿਣਗੇ ਇਹ? ਕੀ ਨਾਮ ਹੈ ਜੀ ਤੁਹਾਡਾ? ਗੱਗੂ ਸਿੰਘ। ਗੱਗੂ ਕਿੰਨੀ ਫਸਲ ਲੈ ਕੇ ਆਏ ਹੋ ਜੀ ਇੱਥੇ? ਫਸਲ ਲੈ ਕੇ ਆਏ ਜੀ, ਇੱਕ ਟਰਾਲਾ ਲੈ ਕੇ ਆਏ 6-7 ਕਿਲੋ। ਭਾਅ ਲੱਗਾ ਜੀ? ਭਾਅ ਤਾਂ ਨਹੀਂ ਲੱਗਾ ਹਜੇ, ਪਹਿਲਾਂ ਤਾਂ 10 ਮੌਕਚਰ ਸੀਗਾ, ਹੁਣ ਆ ਮੀਂਹ ਪੈ ਗਿਆ ਤੇ ਹੁਣ ਮੌਕਚਰ ਵੱਧ ਗਿਆ ਤੇ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਜੀ। ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ? ਪਰੇਸ਼ਾਨੀ ਪੂਰੀ ਆ ਰਹੀ ਹੈ ਜੀ। ਰਹਿੰਦਾ ਖੁੰਦਾ ਕਰੋਨਾ ਤੇ ਰਹਿੰਦਾ ਖੁੰਦਾ ਰੱਬ ਮਾਰੀ ਆਉਂਦਾ। ਇੱਕ ਪਾਣੀ ਦਾ ਨਿਕਾਸ ਨਹੀਂ ਕੋਈ ਇੱਥੇ, ਪਾਣੀ ਦਾ ਨਿਕਾਸ ਹੋਵੇ ਤਾਂ ਕੋਈ ਦਿੱਕਤ ਨਹੀਂ। ਪਾਣੀ ਜਮਾਂ ਨਹੀਂ ਨਿਕਲਦਾ ਹੋਵੇ, ਲੋਕੀ ਹਾਲ ਆ। ਜੇ 10 ਵਜੇ ਭਰਾ ਲੱਗਦੇ ਸਾਡਾ ਮਾਲ 10 ਵਜੇ ਮਾਲ ਲੱਗਦਾ, ਘਰ ਮਾਲ ਭਰੀ ਦਾ ਸੀਗਾ। ਕਿੰਨੇ ਵਜੇ ਆਏ ਹੋ ਤੁਸੀਂ ਅੱਜ? ਅਸੀਂ ਤੜਕੇ ਦੇ ਹਜੇ ਭਾਅ ਨਹੀਂ ਲੱਗਾ? ਨਹੀਂ ਭਾਅ ਇੰਸਪੈਕਟਰ ਆਇਆ? ਕੋਈ ਨਹੀਂ, ਕਿਸੇ ਨੇ ਨਹੀਂ ਪੁੱਛਿਆ? ਕਿਸੇ ਨੇ। ਹੋਰ ਕੀ ਮੁਸ਼ਕਲ ਆ ਰਹੀ ਹੈ? ਪੂਰਾ ਆਹੀ ਮੁਸ਼ਕਲਾਂ
ਪਾਣੀ ਨਹੀਂ ਨਿਕਲਦਾ ਤੇ ਹੋਰ ਇਹਦੇ ਪਈ ਫਸਲ ਵੱਢਣ ਵਾਲੀ ਪੂਰਾ ਨਹੀਂ ਕੋਈ ਪਤਾ, ਰੱਬ ਤੋਂ ਡਰਾਈ ਜਾਂਦਾ। ਹਾਲ ਮੰਦੇ ਹੀ ਹੈ ਜੀ ਕਿਸਾਨਾਂ ਦੇ। ਮੰਡੀ ਦੇ ਵਿੱਚ ਜਿੰਨੀ ਵੀ ਕਣਕ ਪਈ ਹੈ ਬਾਰਿਸ਼ ਦੇ ਵਿੱਚ ਭਿੱਜ ਰਹੀ ਹੈ ਔਰ ਕਿਸਾਨ ਹੈ ਜਿਹੜੇ ਆਪਣੀ ਫਸਲ ਨੂੰ ਬਚਾਉਣ ਲਈ ਜਦੋਜਹਿਦ ਕਰ ਰਹੇ ਨੇ। ਉੱਥੇ ਹੀ ਇਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਕੋਈ ਵੀ ਇੰਸਪੈਕਟਰ ਹੈ ਜਿਹੜਾ ਇਹਨਾਂ ਦੀ ਫਸਲ ਦਾ ਭਾਅ ਲਾਉਣ ਨਹੀਂ ਆਇਆ ਤੇ ਨਾ ਹੀ ਖਰੀਦੀ ਗਈ ਹੈ। ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹਨਾਂ ਦੀ ਫਸਲ ਦੇ ਵਿੱਚ ਮੌਇਸਚਰ ਵੀ ਵੱਧ ਜਾਏਗਾ ਤੇ ਡਿਪਾਰਟਮੈਂਟ ਵੱਲੋਂ ਰਿਜੈਕਟ ਵੀ ਕੀਤੀ ਜਾ ਸਕਦੀ ਹੈ, ਜਿਹਦੇ ਕਰਕੇ ਕਿਸਾਨਾਂ ਨੂੰ ਹੋਰ ਪਰੇਸ਼ਾਨੀ ਆ ਸਕਦੀ ਹੈ। ਕੈਮਰਾਮੈਨ ਵਿੱਕੀ ਦੇ ਨਾਲ ਦੀਪਕ ਸਿੰਘਲਾ, ਨਿਊਜ਼ 18। ਤਾਂ ਬਰਸਾਤ ਦੀ ਵਜ੍ਹਾ ਦੇ ਨਾਲ ਕਿਸਾਨਾਂ ਦਾ ਨੁਕਸਾਨ ਤਾਂ ਵੱਡੇ ਪੱਧਰ ਦੇ ਉੱਤੇ ਹੋਇਆ ਹੈ। ਤਸਵੀਰਾਂ ਵੱਖ-ਵੱਖ ਮੰਡੀਆਂ ਦੀਆਂ ਸਭ ਕੁਝ ਬਿਆਨ ਕਰਦੀਆਂ ਨਜ਼ਰ ਆਈਆਂ ਨੇ ਤੇ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਕੱਲ ਤੇ ਪਰਸੋਂ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ, ਯਾਨੀ ਕਿ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਜਿਹੜਾ ਬਾਰਿਸ਼ ਹੋ ਸਕਦੀ ਹੈ, ਮੀਂਹ ਪੈ ਸਕਦਾ ਹੈ ਤੇ ਇਸ ਵਿਚਾਲੇ ਜ਼ਰੂਰ ਇਹਤਿਆਤ ਵਰਤਣ ਦੀ ਜ਼ਰੂਰਤ ਹੋਵੇਗੀ। ਅੱਗੇ ਵਧਦੇ ਹਾਂ, ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਚੰਡੀਗੜ੍ਹ ਤੋਂ ਵੱਡੀ ਖਬਰ ਹੈ। ਚੰਡੀਗੜ੍ਹ ਦੇ ਵਿੱਚ ਕਰੋਨਾ ਦਾ ਨਵਾਂ ਮਾਮਲਾ ਆਇਆ ਹੈ। ਜੀ ਹਾਂ, ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਕਰੋਨਾ ਪੋਜ਼ਿਟਿਵ ਜੋ ਆਇਆ ਹੈ। 82 ਸਾਲ ਦੀ ਮਹਿਲਾ ਹੈ ਜੋ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਚੰਡੀਗੜ੍ਹ ਦੇ ਸੈਕਟਰ 18 ਦੀ ਰਹਿਣ ਵਾਲੀ ਇਹ ਮਹਿਲਾ ਹੈ ਤੇ ਪੰਚਕੂਲਾ ਦੇ ਹਸਪਤਾਲ ਦੇ ਵਿੱਚ ਕਰੋਨਾ ਦੀ ਤਸਦੀਕ ਇਸ ਮਹਿਲਾ ਦੀ ਹੋਈ ਹੈ। ਚੰਡੀਗੜ੍ਹ ਦੇ ਵਿੱਚ ਇੱਕ ਮਰੀਜ਼ ਠੀਕ ਵੀ ਹੋਇਆ, ਜੋ ਰਾਹਤ ਦੀ ਖਬਰ। ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਦੇ ਵਿੱਚ ਹੁਣ ਤੱਕ 27 ਕੇਸ ਹੋ ਚੁੱਕੇ ਨੇ, 14 ਲੋਕ ਠੀਕ ਵੀ ਹੋ ਚੁੱਕੇ ਨੇ, 13 ਹੀ ਐਕਟਿਵ ਮਾਮਲੇ ਨੇ। ਪਰ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਹੈ। ਹਾਲਾਂਕਿ ਕੁਝ ਦਿਨ ਚੰਡੀਗੜ੍ਹ ਦੇ ਵਿੱਚ ਰਾਹਤ ਰਹੀ ਸੀ ਕਿ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ, ਪਰ ਲਗਾਤਾਰ ਹੁਣ ਮਾਮਲੇ ਇੱਕ ਇੱਕ ਕਰਕੇ ਸਾਹਮਣੇ ਵੀ ਆ ਰਹੇ ਨੇ। 82 ਸਾਲ ਦੀ ਮਹਿਲਾ ਜਿਹੜੀ ਹੈਗੀ ਉਹ ਕਰੋਨਾ ਪੋਜ਼ਿਟਿਵ ਨਿਕਲੀ ਹੈ। ਪੰਚਕੂਲਾ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਟੋਟਲ ਗਿਣਤੀ 27 ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਮਰੀਜ਼ਾਂ ਦੀ। ਰੁਕ ਕਰਦੇ ਹਾਂ ਚੰਡੀਗੜ੍ਹ ਤੋਂ ਮੇਰੀ ਸਹਿਯੋਗੀ ਅਰਸ਼ਦੀਪ ਅਰਸ਼ੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਅਰਸ਼, ਜਾਣਨਾ ਚਾਹਾਂਗੇ ਕਿ ਕੁਝ ਜਾਣਕਾਰੀ, ਇਹ ਮਹਿਲਾ ਕਿਸ ਦੇ ਸੰਪਰਕ ਦੇ ਵਿੱਚ ਆਈ ਤੇ ਪੰਚਕੂਲੇ ਟ੍ਰੀਟਮੈਂਟ ਹੋ ਰਿਹਾ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਜੀ ਗੌਰਵ, ਹਜੇ ਤੱਕ ਇਸ ਦੇ ਬਾਰੇ ਕੋਈ ਜਾਣਕਾਰੀ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ। ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਦੇ ਸੰਪਰਕ ਦੇ ਵਿੱਚ ਆਏ, ਕਿੱਥੋਂ ਇਹ ਪੋਜ਼ਿਟਿਵ ਹੋਏ ਤੇ ਇਹ ਜਾਣਕਾਰੀ ਹਜੇ ਤੱਕ ਦਿੱਤੀ ਗਈ ਹੈ ਕਿ ਪੰਚਕੂਲਾ ਦੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਹਿਲਾਂ ਇਹ ਗਏ ਸੀਗੇ ਤੇ ਫਿਰ ਇਹ ਸੈਕਟਰ 6 ਦਾ ਜਿਹੜਾ ਸਿਵਲ ਹਸਪਤਾਲ ਹੈਗਾ ਉੱਥੇ ਇਹਨਾਂ ਦਾ ਟੈਸਟ ਕੀਤਾ ਗਿਆ ਕਰੋਨਾ ਵਾਇਰਸ ਦਾ ਤੇ ਉਹ ਪੋਜ਼ਿਟਿਵ ਪਾਇਆ ਗਿਆ। ਤੇ ਚੰਡੀਗੜ੍ਹ ਦੇ ਵੱਲੋਂ, ਕਿਉਂਕਿ ਇਹ ਸੈਕਟਰ 18 ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਰਿਹਾਇਸ਼ ਸੀਗੀ ਤੇ ਸੈਕਟਰ ਪੰਚਕੂਲਾ ਦੇ ਵਿੱਚ ਵੀ ਇਹਨਾਂ ਦੀ ਰਿਹਾਇਸ਼ ਸੀਗੀ ਤੇ ਇਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਵਿੱਚ ਹੀ ਕੇਸ ਕਾਊਂਟ ਕੀਤਾ, ਕਿਉਂਕਿ ਸੈਕਟਰ 18 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸੀਗੇ। ਤਾਂ ਕੁੱਲ ਜੇ ਅਸੀਂ ਕਹੀਏ ਤਾਂ ਗਿਣਤੀ ਹੁਣ ਤੱਕ 27 ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਪੋਜ਼ਿਟਿਵ ਕੇਸਾਂ ਦੀ। ਤੇ ਉਹਨਾਂ ਦੇ ਵਿੱਚੋਂ ਹਾਲਾਂਕਿ ਇੱਕ ਕੇਸ ਜੇ ਅਸੀਂ ਕਹੀਏ, ਇੱਕ ਮਰੀਜ਼ ਅੱਜ ਵੀ ਡਿਸਚਾਰਜ ਹੋਏ ਆ ਤੇ ਇਸ ਵਕਤ ਜੇ ਐਕਟਿਵ ਪੇਸ਼ੈਂਟਸ ਦੀ ਗੱਲ ਕਰੀਏ ਤਾਂ 13 ਐਕਟਿਵ ਪੇਸ਼ੈਂਟਸ ਨੇ ਜਿਹੜੇ ਪੀਜੀਆਈ ਦੇ ਵਿੱਚ ਹਸਪੀਟਲਾਈਜ਼ਡ ਨੇ। ਇਹਨਾਂ ਨੂੰ ਵੀ ਪੀਜੀਆਈ ਦੇ ਜਿਹੜਾ ਕੋਵਿਡ ਹਸਪਤਾਲ ਜਿਹੜਾ ਹੈਗਾ, ਨਹਿਰੂ ਹਸਪਤਾਲ ਦੀ ਐਕਸਟੈਂਸ਼ਨ ਹੈਗੀ ਆ, ਉੱਥੇ ਸ਼ਿਫਟ ਕਰ ਦਿੱਤਾ ਗਿਆ। ਜੀ ਗੌਰਵ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਲਈ। ਚੰਡੀਗੜ੍ਹ ਤੋਂ ਇਸ ਸਮੇਂ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਕਰੋਨਾ ਪੋਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। 82 ਸਾਲ ਦੀ ਬਜ਼ੁਰਗ ਮਹਿਲਾ ਹੈ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਤੋਂ ਬਾਅਦ ਆਈਸੋਲੇਟ ਤਾਂ ਉਹਨਾਂ ਨੂੰ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਲੱਛਣ ਦੇਖਣ ਤੋਂ ਬਾਅਦ ਤੇ ਉਹਨਾਂ ਦਾ ਇਲਾਜ ਹੋਏਗਾ। ਇਸ ਕਰਕੇ ਲਗਾਤਾਰ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹੋ, ਤੁਸੀਂ ਸੁਰੱਖਿਅਤ ਰਹੋਗੇ ਤੇ ਇਸ ਸਮੇਂ ਸਭ ਤੋਂ ਵੱਧ ਜ਼ਰੂਰਤ ਹੈ ਕਿ ਘਰ ਦੇ ਬਜ਼ੁਰਗਾਂ ਦਾ ਅਸੀਂ ਖਾਸ ਧਿਆਨ ਰੱਖੀਏ। ਜਿਹੜੇ ਘਰ ਦੇ ਵਿੱਚ ਬੱਚੇ ਨੇ, ਖਾਸ ਤੌਰ ਤੇ 10 ਸਾਲ ਤੋਂ ਛੋਟੇ, ਉਹਨਾਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਤੇ 82 ਸਾਲ ਦੀ ਮਹਿਲਾ ਕਰੋਨਾ ਪੋਜ਼ਿਟਿਵ ਨਿਕਲੀ ਹੈ ਜਿਸ ਦਾ ਇਲਾਜ ਇਸ ਸਮੇਂ ਪੰਚਕੂਲਾ 'ਚ ਚੱਲ ਰਿਹਾ। ਹਾਲਾਂਕਿ ਸੈਕਟਰ 18 ਚੰਡੀਗੜ੍ਹ ਦੀ ਇਹ ਮਹਿਲਾ ਰਹਿਣ ਵਾਲੀ ਦੱਸੀ ਜਾ ਰਹੀ ਹੈ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ। ਪੰਜਾਬ ਤੋਂ ਅੱਗੇ ਅਗਲੀ ਵੱਡੀ ਖਬਰ ਤੇ ਪੰਜਾਬ ਦੇ ਲਈ ਕਿਤੇ ਨਾ ਕਿਤੇ ਅੱਜ ਰਾਹਤ ਭਰਿਆ ਦਿਨ ਰਿਹਾ। 24 ਘੰਟਿਆਂ ਦੇ ਵਿੱਚ ਸਿਰਫ ਇੱਕ ਨਵਾਂ ਕੇਸ ਹੀ ਰਿਪੋਰਟ ਕੀਤਾ ਗਿਆ ਹੈ ਜੋ ਕਰੋਨਾ ਪੋਜ਼ਿਟਿਵ ਸ਼ਖਸ ਨਿਕਲਿਆ ਹੈ। ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਨਵਾਂ ਮਾਮਲਾ ਸਾਹਮਣੇ ਆਇਆ। ਇਲਾਜ ਤੋਂ ਬਾਅਦ 7 ਹੋਰ ਲੋਕ ਠੀਕ ਹੋਏ ਨੇ। ਪੰਜਾਬ ਦੇ ਵਿੱਚ ਹੁਣ ਤੱਕ ਕੁੱਲ 38 ਲੋਕਾਂ ਨੇ ਰਿਕਵਰ ਪੰਜਾਬ ਦੇ ਵਿੱਚ ਕੀਤਾ ਹੈ ਤੇ ਪੰਜਾਬ 'ਚ ਕੁੱਲ 245 ਕੇਸ ਨੇ। 16 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਵੱਡੀ ਖਬਰ ਹੈ, ਰਾਹਤ ਦੀ ਖਬਰ ਪੰਜਾਬ ਦੇ ਵਿੱਚ। ਹਾਲਾਂਕਿ ਜਿਸ ਤਰੀਕੇ ਨਾਲ ਬਰਸਾਤ ਹੋਈ, ਕਿਸਾਨਾਂ ਦੇ ਲਈ ਰਾਹਤ ਤਾਂ ਬਿਲਕੁਲ ਨਜ਼ਰ ਨਹੀਂ ਆਈ ਤੇ ਦੂਜੇ ਪਾਸੇ ਕਰੋਨਾ ਤੋਂ ਥੋੜੀ ਰਾਹਤ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ 8-8 10-10 ਮਾਮਲੇ, ਪਟਿਆਲਾ ਤੋਂ ਤਾਂ ਇੱਕ ਝਟਕੇ 'ਚ 15 ਮਾਮਲੇ ਆ ਗਏ ਸੀ ਸਾਹਮਣੇ। ਤਾਂ ਉੱਥੋਂ ਥੋੜੀ ਰਾਹਤ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਸਿਰਫ ਇੱਕ ਕੇਸ ਹੀ ਅਜੇ ਤੱਕ ਪਿਛਲੇ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ। ਟੋਟਲ ਕੇਸਿਸ ਇਸ ਸਮੇਂ ਪੰਜਾਬ ਦੇ ਵਿੱਚ 245, 16 ਦੀ ਮੌਤ। ਇਹ ਵੀ ਤੁਹਾਨੂੰ ਦੱਸ ਦਈਏ 35 ਸਾਲ ਦਾ ਸ਼ਖਸ ਹੈ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਇਹ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤਾਂ ਜਲੰਧਰ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਜਲੰਧਰ ਦਾ ਇੱਕ ਸ਼ਖਸ ਹੈ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। 35 ਸਾਲ ਦਾ ਇਹ ਸ਼ਖਸ ਜਿਸ ਨੂੰ ਕਰੋਨਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਮਖਦੂਮਪੁਰਾ ਦਾ ਰਹਿਣ ਵਾਲਾ ਇਹ ਸ਼ਖਸ ਹੈ
ਜਲੰਧਰ ਦੇ ਨੋਡਲ ਅਫਸਰ ਦੇ ਵੱਲੋਂ ਇਸ ਦੀ ਤਸਦੀਕ ਵੀ ਕਰ ਦਿੱਤੀ ਗਈ। ਜਲੰਧਰ 'ਚ ਸਿਰਫ ਜਲੰਧਰ 'ਚ ਇਸ ਸਮੇਂ 48 ਮਾਮਲੇ ਹੋ ਚੁੱਕੇ ਨੇ ਕਰੋਨਾ ਪੋਜ਼ਿਟਿਵ ਕੇਸਾਂ ਦੇ ਤੇ ਪੰਜਾਬ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਹੈ ਜਲੰਧਰ। ਸਭ ਤੋਂ ਜ਼ਿਆਦਾ ਕੇਸ ਮੋਹਾਲੀ ਦੇ ਵਿੱਚ 61 ਮਾਮਲੇ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ 48 ਪੋਜ਼ਿਟਿਵ ਕੇਸ ਨੇ। 35 ਸਾਲ ਦਾ ਸ਼ਖਸ ਹੈ ਜਿਸ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ। ਉਸ ਤੋਂ ਬਾਅਦ ਇਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਕੁਆਰੰਟਾਈਨ ਫੌਰੀ ਤੌਰ ਦੇ ਉੱਤੇ ਕਰ ਦਿੱਤਾ ਗਿਆ ਹੈ ਤੇ ਇਹਤਿਆਤ ਵਰਤੇ ਜਾ ਰਹੇ ਨੇ। ਇਸ ਸਮੇਂ ਜ਼ਰੂਰ ਪ੍ਰਭਾਵਿਤ ਨਜ਼ਰ ਆ ਰਿਹਾ ਹੈ ਜਲੰਧਰ ਜ਼ਿਲ੍ਹਾ, ਸਭ ਤੋਂ ਜ਼ਿਆਦਾ ਵੀ ਤੁਸੀਂ ਕਹਿ ਸਕਦੇ ਹੋ ਕਿ ਇਸ ਸਮੇਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ ਕਿਉਂਕਿ ਮੋਹਾਲੀ 'ਚ ਪਿਛਲੇ 72 ਜਾਂ 96 ਘੰਟੇ ਦੇ ਵਿੱਚ ਥੋੜੀ ਰਾਹਤ ਜ਼ਰੂਰ ਹੈ ਕਿ ਉੱਥੇ ਜ਼ਿਆਦਾ ਕੋਈ ਨਵੇਂ ਮਾਮਲੇ ਰਿਪੋਰਟ ਨਹੀਂ ਕੀਤੇ ਗਏ ਨੇ। ਤੇ ਜ਼ਿਲ੍ਹਿਆਂ ਦੀ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰ ਕੀ ਕੁਝ ਹੈ। ਮੋਹਾਲੀ ਸਭ ਤੋਂ ਜ਼ਿਆਦਾ, ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ, ਪੰਜਾਬ ਸਭ ਤੋਂ ਜ਼ਿਆਦਾ ਕੇਸ ਨੇ। ਮੋਹਾਲੀ ਦੇ ਵਿੱਚ 61 ਤੇ ਪਟਿਆਲਾ 'ਚ ਵੀ ਬਹੁਤ ਮਾਮਲੇ ਨੇ 26। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਜਲੰਧਰ ਦੀ ਖਬਰ ਦੇ ਵੱਲ ਵੀ ਰੁਕ ਕਰਾਂਗੇ। ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਜ਼ਰੂਰ ਇਹਨਾਂ ਤਸਵੀਰਾਂ ਦੇ ਇਸ ਮੈਪ ਦੇ ਜ਼ਰੀਏ ਦੇਖ ਸਕਦੇ ਹੋ। ਮੇਰੇ ਸਹਿਯੋਗੀ ਜਲੰਧਰ ਤੋਂ ਸਾਡੇ ਨਾਲ ਜੁੜ ਰਹੇ ਨੇ ਸੁਰਿੰਦਰ ਕੰਬੋਜ। ਸੁਰਿੰਦਰ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਜਿਹੜਾ ਪੋਜ਼ਿਟਿਵ ਕੇਸ ਆਇਆ ਹੈ 35 ਸਾਲਾ ਸ਼ਖਸ ਕਿਸ ਦੇ ਸੰਪਰਕ 'ਚ ਆਇਆ, ਕਿਵੇਂ ਇਸ ਨੂੰ ਕਰੋਨਾ ਹੋਇਆ, ਇਸ ਬਾਰੇ ਕੋਈ ਜਾਣਕਾਰੀ? ਜੀ ਬਿਲਕੁਲ ਗੌਰਵ, ਜਿੱਦਾਂ ਕਿ ਲਗਾਤਾਰ ਜਿਹੜਾ ਦੂਸਰਾ ਪੜਾਅ ਸ਼ੁਰੂ ਹੋਇਆ ਹੈਗਾ ਲਾਕਡਾਊਨ ਦਾ, ਉਸ ਤੋਂ ਇੱਕ ਦਿਨ ਰਾਹਤ ਦੀ ਖਬਰ ਜ਼ਰੂਰ ਸੀਗੀ। ਜਿਹੜਾ ਪਹਿਲਾ ਦਿਨ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਰੋਨਾ ਦੇ ਪੋਜ਼ਿਟਿਵ ਮਰੀਜ਼ ਹੈਗੇ ਲਗਾਤਾਰ ਸਾਹਮਣੇ ਆ ਰਹੇ ਨੇ। ਪਰ ਹੁਣ ਜਿਹੜੇ ਸਾਹਮਣੇ ਲਗਾਤਾਰ ਆ ਰਹੇ, ਇੱਕ ਪੱਤਰਕਾਰ ਅਦਾਰਾ ਹੈਗਾ ਜਿਹਦੇ ਦੇ ਵਿੱਚ ਬਾਇਓਮੈਟ੍ਰਿਕ ਜਿਹੜੀ ਲੱਗੀ ਸੀ ਮਸ਼ੀਨ, ਉਹਦੇ ਨਾਲ ਜਿਹੜੇ ਹੁਣ ਲਗਾਤਾਰ ਇਹ ਸਾਹਮਣੇ ਆਈ ਜਾਂਦੇ ਹੈਗੇ ਨੇ। ਦੂਸਰੇ ਦਿਨ 6 ਮਾਮਲੇ ਸਾਹਮਣੇ ਆਏ, ਤੀਸਰੇ ਦਿਨ 7 ਆਏ ਸੀਗੇ। ਉਸ ਤੋਂ ਬਾਅਦ ਲਗਾਤਾਰ ਮਾਮਲਾ ਵਧਦਾ ਜਾ ਰਿਹਾ ਤੇ ਅੱਜ ਵੀ ਮਖਦੂਮਪੁਰਾ ਤੋਂ ਇੱਕ ਮਾਮਲਾ ਜਿਹੜਾ ਹੈਗਾ ਸਾਹਮਣੇ ਆਇਆ ਹੈਗਾ, ਉਹ ਵੀ ਉਸੇ ਹੀ ਪੱਤਰਕਾਰ ਅਦਾਰੇ ਦੇ ਨਾਲ ਸੰਬੰਧਿਤ ਹੈਗਾ ਵਾ। ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਦੇ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ, ਬਹੁਤ ਵਧੀਆ ਪ੍ਰਬੰਧ ਕੀਤੇ ਗਏ। ਪਰ ਜਿਹੜੇ ਲੋਕ ਹੈਗੇ ਨੇ, ਜਿਹੜੇ ਵਸਨੀਕ ਹੈਗੇ ਨੇ ਜਲੰਧਰ ਸ਼ਹਿਰ ਦੇ, ਉਹਨਾਂ ਵੱਲੋਂ ਥੋੜੀ ਜਿਹੀ ਜਿਹੜੀ ਪਰੇਸ਼ਾਨੀ ਹੈਗੀ ਆ ਉਹ ਜ਼ਰੂਰ ਪੁਲਿਸ ਨੂੰ ਤੰਗ ਕਰ ਰਹੀ ਹੈ। ਜਿੱਦਾਂ ਕਿ ਜਦੋਂ ਪੁਲਿਸ ਸਾਹਮਣੇ ਆਉਂਦੀ ਹੈ ਜਾਂ ਗਸ਼ਤ ਕਰਦੀ ਆ, ਉਦੋਂ ਲੋਕ ਜ਼ਰੂਰ ਆਪਣੇ ਘਰਾਂ 'ਚ ਜਾ ਵੜਦੇ, ਪਰ ਜਦੋਂ ਪੁਲਿਸ ਉੱਥੋਂ ਨਿਕਲ ਜਾਂਦੀ ਫਿਰ ਉਹ ਲੋਕ ਵਾਪਸ ਬਾਹਰ ਸੜਕਾਂ ਤੇ ਨਿਕਲ ਆਉਂਦੇ। ਇਸ ਕਰਕੇ ਥੋੜੀ ਜਿਹੀ ਪ੍ਰਸ਼ਾਸਨ ਨੂੰ ਜਲੰਧਰ ਦੇ ਪ੍ਰਤੀ ਸਖਤੀ ਦਾ ਰੁਖ ਜਿਹੜਾ ਹੈਗਾ ਉਹ ਅਪਣਾਉਣਾ ਪੈਣਾ, ਤਾਂ ਕਿ ਇਹ ਜਿਹੜੀ ਨਾਮਰਾਦ ਬਿਮਾਰੀ ਆ ਇਸ ਤੇ ਥੋੜੀ ਜਿਹੀ ਠੱਲ ਪਾਈ ਜਾ ਸਕੇ। ਪਰ ਹਜੇ ਤੱਕ ਪ੍ਰਸ਼ਾਸਨ ਵੱਲੋਂ ਥੋੜੀ ਜਿਹੀ ਸਖਤੀ ਵਿੱਚ ਢਿੱਲ ਕਰਕੇ ਥੋੜਾ ਜਿਹਾ ਇਹ ਮਾਮਲੇ ਲਗਾਤਾਰ ਵਧਦੇ। ਠੀਕ ਹੈ, ਮੈਂ ਇੱਕ ਹੋਰ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਮੀਡੀਆ ਸੰਸਥਾਨ ਹੈ ਜਿੱਥੇ ਇਹ ਮਾਮਲਾ ਸਾਹਮਣੇ ਆਇਆ, ਕਿੰਨੇ ਉੱਥੇ EMPLOYEES ਨੇ? ਸਾਰਿਆਂ ਨੂੰ ਆਈਸੋਲੇਟ ਜਾਂ ਕੁਆਰੰਟਾਈਨ ਕਰ ਦਿੱਤਾ ਹੋਵੇਗਾ? ਇਸ ਬਾਰੇ ਜਾਣਕਾਰੀ ਹੋਵੇ ਕਿ ਕਿੰਨੇ ਉੱਥੇ EMPLOYEES? ਇੱਕ ਦਫ਼ਤਰ ਦੇ ਵਿੱਚ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ, ਉੱਥੇ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ। ਕਿੰਨੇ ਉੱਥੇ ਹੋਰ EMPLOYEES ਨੇ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ? ਸੁਰਿੰਦਰ ਬਿਲਕੁਲ ਗੌਰਵ, ਜਿੱਦਾਂ ਕਿ ਜਿਹੜੇ ਉਹ ਸੰਸਥਾਨ ਸੀਗਾ, ਮੀਡੀਆ ਸੰਸਥਾਨ ਸੀਗਾ, ਉੱਥੇ ਦੇ ਹਜੇ ਤੱਕ ਕੁੱਲ ਮਾਮਲੇ ਜਿਹੜੇ 8 ਸਾਹਮਣੇ ਆਏ ਹੈਗੇ ਆ। ਇੱਕ ਆਪਾਂ ਕਾਂਗੜੇ ਦਾ ਮਾਮਲਾ ਸਾਹਮਣੇ ਆਇਆ ਸੀ, ਜਿਹੜੇ ਇੱਥੋਂ ਜਲੰਧਰੋਂ ਉੱਥੇ ਚਲੇ ਗਏ। ਇੱਕ ਚੰਬਾ ਦਾ ਮਾਮਲਾ ਸੀਗਾ, ਇੱਕ ਮਾਡਲ ਜਿਹੜਾ ਬਸੀ ਸ਼ੇਖ ਹੈਗਾ ਉੱਥੇ ਦਾ ਮਾਮਲਾ ਸੀ, ਰਾਜਾ ਗਾਰਡਨ ਦਾ ਮਾਮਲਾ ਸੀਗਾ। ਇਹ ਜਿਹੜੀਆਂ ਰਿਪੋਰਟਾਂ ਗਈਆਂ ਹੈਗੀਆਂ, ਜਿਹੜੀਆਂ ਰਿਪੋਰਟਾਂ ਚੰਡੀਗੜ੍ਹ ਵਿੱਚ ਗਈਆਂ ਹੈਗੀਆਂ, ਉਹ ਹਜੇ ਤਕਰੀਬਨ 100 ਦੇ ਕਰੀਬ ਜਿਹੜੀਆਂ ਰਿਪੋਰਟਾਂ ਹੈਗੀਆਂ ਜਿਹੜੀਆਂ ਉੱਥੇ ਗਈਆਂ ਹੈਗੀਆਂ, ਉਹ ਜਿਹੜੀਆਂ ਆਉਣੀਆਂ ਬਾਕੀ ਆ। ਪਰ ਉਹਦੇ ਵਿੱਚੋਂ ਪਤਾ ਲੱਗੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਹੋਰ ਜਿਹੜੇ ਇਸ ਸੰਸਥਾਨ ਤੋਂ ਜਿਹੜੇ ਪੋਜ਼ਿਟਿਵ ਮਾਮਲੇ ਸਾਹਮਣੇ ਆਉਂਦੇ ਆ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਜਲੰਧਰ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜਲੰਧਰ ਦੇ ਨੋਡਲ ਅਫਸਰ ਨੇ ਵੀ ਇਸ ਦੀ ਤਸਦੀਕ ਕੀਤੀ ਹੈ। 48ਵਾਂ ਮਾਮਲਾ ਜਲੰਧਰ ਦੇ ਵਿੱਚ ਸਾਹਮਣੇ ਆਇਆ। 47 ਸੀ ਤੇ ਇੱਕ ਕੇਸ ਅੱਜ ਵੀ ਸਾਹਮਣੇ ਆ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਇਆ, ਯਾਨੀ ਕਿ ਇੱਕ ਦਫ਼ਤਰ ਹੈ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਉੱਥੇ ਬਾਇਓਮੈਟ੍ਰਿਕ ਜਦੋਂ ਅੰਗੂਠਾ ਲਗਾ ਕੇ ਅਸੀਂ ਅਟੈਂਡੈਂਸ ਲਗਾਉਂਦੇ ਹਾਂ, ਉੱਥੇ ਇਹ ਕਿਹਾ ਜਾ ਰਿਹਾ ਕਿ ਇਸ ਕਰਕੇ ਸ਼ਾਇਦ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਨੇ। ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਅੱਗੇ ਵਧਦੇ ਹਾਂ। ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ, ਜੀ LPU ਦੇ ਨਾਲ ਜੁੜੀ ਹੋਈ ਰਾਹਤ ਦੀ ਖਬਰ ਹੈ। ਹੁਣ ਤੱਕ ਲਏ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ ਤੇ ਸਭ ਦੀ ਰਿਪੋਰਟ ਨੈਗੇਟਿਵ ਹੈ। ਜਿਵੇਂ ਇੱਕ ਵਿਦਿਆਰਥਣ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਇਹ ਸੈਂਪਲਸ ਲਏ ਗਏ ਸਨ। LPU ਦੇ ਵਿੱਚ ਇੱਕ ਵਿਦਿਆਰਥਣ ਦੀ ਰਿਪੋਰਟ ਪੋਜ਼ਿਟਿਵ ਆਈ ਜੋ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਤੇ ਉਸ ਤੋਂ ਬਾਅਦ 163 ਸੈਂਪਲ ਲਏ ਗਏ ਤੇ ਹੁਣ ਦੱਸ ਦਈਏ ਤੁਹਾਨੂੰ 163 ਦੇ ਵਿੱਚੋਂ 162 ਸੈਂਪਲ ਦੀ ਰਿਪੋਰਟ ਜਿਹੜੀ ਆਈ ਹੈ ਉਹ ਨੈਗੇਟਿਵ ਹੈ। ਯਾਨੀ ਕਿ ਖਦਸ਼ਾ ਬਹੁਤ ਵੱਡਾ ਵੀ ਜਤਾਇਆ ਜਾ ਰਿਹਾ ਸੀ ਕਿ ਬਹੁਤ ਵੱਡਾ ਮਾਮਲਾ ਨਾ ਕੋਈ ਨਿਕਲਿਆ ਹੋਵੇ। ਜਿਸ ਤਰੀਕੇ ਨਾਲ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਾਣਕਾਰੀ ਇਹੀ ਹੈ
ਕਿ ਜਿਹੜੀਆਂ 162 ਰਿਪੋਰਟ ਆਈਆਂ ਨੇ ਉਹ ਨੈਗੇਟਿਵ ਨੇ, ਯਾਨੀ ਕਿ ਵੱਡੀ ਰਾਹਤ ਦੀ ਖਬਰ ਇਸ ਸਮੇਂ ਕਪੂਰਥਲਾ ਦੇ ਲਈ, ਕਪੂਰਥਲਾ ਪ੍ਰਸ਼ਾਸਨ ਦੇ ਲਈ, ਫਗਵਾੜਾ ਪ੍ਰਸ਼ਾਸਨ ਦੇ ਲਈ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਲਈ, ਕਿਉਂਕਿ ਇੱਕ ਲੜਕੀ ਦੀ ਰਿਪੋਰਟ ਇੱਥੇ ਪੋਜ਼ਿਟਿਵ ਆਈ ਸੀ ਜੋ ਕਿ ਮਹਾਰਾਸ਼ਟਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਹੜਕੰਪ ਸੀ, ਕਿਉਂਕਿ ਇਹ ਕਿਹਾ ਗਿਆ ਕਿ ਕਰੀਬ 3000 ਤੋਂ ਜ਼ਿਆਦਾ ਅੰਦਰ ਬੱਚੇ ਤੇ ਹੋਰ ਜਿਹੜੇ ਸਟਾਫ ਨੇ ਮੌਜੂਦ ਨੇ ਤੇ ਅੰਕੜਾ ਬਹੁਤ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਪਰ ਜੋ ਸਿੱਧੇ ਸੰਪਰਕ ਦੇ ਵਿੱਚ ਆਏ ਉਹਨਾਂ ਦੇ ਸੈਂਪਲਸ ਲਏ ਗਏ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਜਾਣਕਾਰੀ ਹੈ ਕਿ 163 ਸੈਂਪਲ ਲਏ ਗਏ ਸੀ, 162 ਦੀ ਰਿਪੋਰਟ ਆਈ ਹੈ, ਸਭ ਦੀ ਨੈਗੇਟਿਵ, ਕੋਈ ਵੀ ਉਸ ਦੇ ਵਿੱਚ ਪੋਜ਼ਿਟਿਵ ਨਹੀਂ ਪਾਇਆ ਗਿਆ। ਰੁਕ ਕਰਦੇ ਮੇਰੇ ਸਹਿਯੋਗੀ ਜਗਜੀਤ ਧੰਜੂ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ। ਜਗਜੀਤ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਰਾਹਤ ਦੀ ਖਬਰ ਤਾਂ ਲਾਜ਼ਮੀ ਤੌਰ ਤੇ ਐਲਪੀਯੂ ਨੂੰ ਲੈ ਕੇ ਜੋ ਨੈਗੇਟਿਵ ਆਈ ਹੈ ਰਿਪੋਰਟ, 162 ਰਿਪੋਰਟਾਂ ਜਿਹੜੀਆਂ ਨੈਗੇਟਿਵ ਆਈਆਂ ਨੇ? ਜਗਜੀਤ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਜੀ ਜੀ, ਜੇਕਰ ਆਵਾਜ਼ ਆ ਰਹੀ ਹੈ ਤਾਂ ਜਾਣਨਾ ਚਾਹਾਂਗੇ ਕੀ ਕੁਝ ਤੁਹਾਡੇ ਕੋਲ ਡਿਟੇਲ ਹੈ ਇਸ ਬਾਰੇ, ਜਿਹੜੀਆਂ ਰਿਪੋਰਟਸ ਨੈਗੇਟਿਵ ਆਈਆਂ ਨੇ, ਜੋ ਸੈਂਪਲਸ ਲਏ ਗਏ ਸੀ ਐਲਪੀਯੂ ਦੇ ਨਾਲ ਜੁੜੇ ਹੋਏ? ਬਿਲਕੁਲ ਗੌਰਵ, ਜਿਸ ਤਰ੍ਹਾਂ ਸਾਨੂੰ ਜੋ ਸਿਵਲ ਹਸਪੀਟਲ ਕਪੂਰਥਲਾ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਕਪੂਰਥਲਾ ਵੱਲੋਂ ਕਾਰਵਾਈ ਕੀਤੀ ਗਈ ਸੀ, ਉਹਦੇ ਵਿੱਚ ਤਕਰੀਬਨ 163 ਲੋਕਾਂ ਦੇ ਜਿਹੜੇ ਸੈਂਪਲ ਐਲਪੀਯੂ ਤੋਂ ਲਏ ਗਏ ਸੀਗੇ ਔਰ ਉਹਨਾਂ ਦੇ ਵਿੱਚ 162 ਜਿਹੜੇ ਨਵੇਂ ਸੈਂਪਲ ਸੀਗੇ। ਜਿਹੜੀ ਇੱਕ ਮਾਮਲਾ ਜਿਹੜਾ ਪਹਿਲਾਂ ਕਰੋਨਾ ਦਾ ਨੀਤੂ ਚੌਹਾਨ ਦਾ ਆਇਆ ਸੀਗਾ, ਉਸ ਤੋਂ ਬਾਅਦ ਜਿੰਨੇ 162 ਸੈਂਪਲ ਲਏ ਗਏ ਸੀ ਸਭ ਨੈਗੇਟਿਵ ਆਏ ਨੇ। ਔਰ ਇਸ ਤੋਂ ਇਲਾਵਾ ਇੱਕ ਰਾਹਤ ਭਰੀ ਖਬਰ ਕਪੂਰਥਲਾ ਤੇ ਇਹ ਵੀ ਹੈ ਕਿ ਕਪੂਰਥਲਾ ਵਿੱਚ ਜਿਹੜਾ ਪਹਿਲਾ ਕੇਸ ਸੀਗਾ ਕਰੋਨਾ ਦਾ, ਉਹ ਵੀ ਜਿਹੜਾ ਵਾ ਉਹਦੀ ਦੂਸਰੀ ਰਿਪੋਰਟ ਵੀ ਹੁਣ ਨੈਗੇਟਿਵ ਆਈ ਹੈ। ਰਿਪੋਰਟ ਨੈਗੇਟਿਵ ਆਈ ਹੈ, ਕੁਝ ਹੋਰ ਵੀ ਸੈਂਪਲਸ ਨੇ ਜਿਹੜੇ ਲਏ ਗਏ ਨੇ ਜਾਂ ਸਿਰਫ 163 ਹੀ ਲਏ ਗਏ ਸੀ? ਕਿਉਂਕਿ ਅਸੀਂ ਵੀ ਜ਼ਿਕਰ ਕੀਤਾ ਸੀ, ਸਵਾਲ ਕੀਤਾ ਸੀ ਜੋ ਕਪੂਰਥਲਾ ਦੇ ਡੀਸੀ ਨੇ, ਉਹ ਕਹਿ ਰਹੇ ਨੇ ਕਿ ਅਸੀਂ ਸਕਰੀਨਿੰਗ ਸਭ ਦੀ ਕਰ ਰਹੇ ਹਾਂ। ਕਿ ਉਹ ਸਕਰੀਨਿੰਗ ਕੰਪਲੀਟ ਹੋ ਚੁੱਕੀ ਹੈ? ਜਿੰਨੇ ਵੀ ਅੰਦਰ ਲੋਕ ਮੌਜੂਦ ਸੀ, ਉਹ ਚਾਹੇ ਸਟੂਡੈਂਟ ਹੋਣ ਜਾਂ ਹੋਰ ਫੈਕਲਟੀ ਮੈਂਬਰਸ ਹੋਣ? ਬਿਲਕੁਲ ਗੌਰਵ, ਜਿਸ ਤਰ੍ਹਾਂ ਗੱਲ ਸਾਡੀ ਹੋਈ ਸੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ, ਤਾਂ ਉਹਨਾਂ ਦੱਸਿਆ ਸੀ ਲਗਾਤਾਰ ਜਿਹੜੇ ਐਲਪੀਯੂ ਦੇ ਅੰਦਰ ਆਪਣੇ ਸਿਹਤ ਵਿਭਾਗ ਦੀ ਟੀਮਾਂ ਹੈਗੀਆਂ ਨੇ ਔਰ ਤਕਰੀਬਨ ਕੱਲ ਤੱਕ ਜੋ 2200 ਤੋਂ ਵੱਧ ਜਿਹੜੇ ਲੋਕਾਂ ਦੇ ਸੈਂਪਲ ਲਏ ਗਏ ਸੀਗੇ, ਉਹ ਤਕਰੀਬਨ 3200 ਲੋਕ ਜਿਹੜੇ ਜਿਹਦੇ ਵਿੱਚ ਸਟਾਫ ਔਰ ਸਟੂਡੈਂਟ ਜਿਹੜੇ ਕੁੱਲ ਹੈਗੇ ਨੇ ਔਰ ਉਹਨਾਂ ਸਕਰੀਨਿੰਗ ਚੱਲਦੀ ਸੀ। ਲੇਕਿਨ ਜਿਹਦਾ ਜ਼ਰੂਰਤ ਮੁਤਾਬਕ ਜਿਹੜੇ ਸੈਂਪਲ ਲਏ ਗਏ ਨੇ ਉਹ 163 ਹੀ ਨੇ ਜਿਹੜੇ ਅਜੇ ਤੱਕ ਜਿਹਨਾਂ ਦੀ ਰਿਪੋਰਟ ਜਿਹੜੀ ਨੈਗੇਟਿਵ ਆਈ ਹੈ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਵੱਡੀ ਰਾਹਤ ਦੀ ਖਬਰ ਹੈ ਐਲਪੀਯੂ ਯੂਨੀਵਰਸਿਟੀ ਦੇ ਲਈ ਵੀ, ਸਾਰੇ ਪੰਜਾਬ ਦੇ ਲਈ ਵੀ। ਤੁਹਾਨੂੰ ਦੱਸ ਦਈਏ ਕਿ ਇੱਕ ਲੜਕੀ ਉੱਥੇ ਵਿਦਿਆਰਥਣ ਜੋ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ, ਉਸ ਦੀ ਰਿਪੋਰਟ ਪੋਜ਼ਿਟਿਵ ਆਂਦੀ ਹੈ। ਉਸ ਤੋਂ ਬਾਅਦ ਇੱਕ ਹੜਕੰਪ ਤਾਂ ਜ਼ਰੂਰ ਸੀ ਤੇ ਇਸ ਵਿਚਾਲੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਪ੍ਰਸ਼ਾਸਨ ਨੇ ਨੋਟਿਸ ਵੀ ਜਾਰੀ ਕੀਤਾ ਸੀ ਤੇ ਹੁਣ ਜੋ 163 ਸੈਂਪਲ ਲਏ ਗਏ ਸਨ, ਉਸ ਦੇ ਵਿੱਚੋਂ 162 ਸੈਂਪਲਸ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਰਾਹਤ ਦੀ ਖਬਰ ਹੈ, ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਈ, ਅਜਿਹੀ ਰਾਹਤ ਦੀ ਖਬਰ ਹਰਿਆਣਾ ਤੋਂ ਵੀ ਆ ਰਹੀ ਹੈ। ਜੇ ਕਰੋਨਾ ਤੋਂ ਹਰਿਆਣਾ ਨੂੰ ਵੱਡੀ ਰਾਹਤ ਮਿਲੀ ਹੈ। 50% ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਨੇ। 237 ਚੋਂ 127 ਮਰੀਜ਼ਾਂ ਨੇ ਰਿਕਵਰ ਕੀਤਾ ਹੈ। 22 ਜ਼ਿਲ੍ਹਿਆਂ ਦੇ ਵਿੱਚੋਂ 8 ਜ਼ਿਲ੍ਹੇ ਪੂਰੀ ਤਰ੍ਹਾਂ ਕਰੋਨਾ ਮੁਕਤ ਹੋਏ ਨੇ। ਹਰਿਆਣਾ ਦੇ ਵਿੱਚ ਰਿਕਵਰੀ ਰੇਟ ਕਈ ਸੂਬਿਆਂ ਦੇ ਨਾਲੋਂ ਬਿਹਤਰ ਨਜ਼ਰ ਆ ਰਹੀ ਹੈ। ਵੱਡੀ ਖਬਰ ਇਸ ਸਮੇਂ ਤੁਸੀਂ ਕਹਿ ਸਕਦੇ ਹੋ, ਇਹ ਸਿਰਫ ਹਰਿਆਣਾ ਦੇ ਲਈ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਚੰਗੀ ਖਬਰ ਹੈ ਕਿ ਜਦੋਂ ਇੰਨੀ ਵੱਡੇ ਪੱਧਰ ਦੇ ਉੱਤੇ ਕਿਤੇ ਇੱਕ ਸਟੇਟ ਦੇ ਵਿੱਚ ਜਾ ਕੇ ਲੋਕ ਰਿਕਵਰ ਹੋ ਰਹੇ ਹੋਣ। ਹਰਿਆਣਾ ਨੂੰ ਵੱਡੀ ਰਾਹਤ ਹੈ। 237 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। 127 ਜਿਹੜੇ ਮਾਮਲੇ ਨੇ ਉਹ ਇਹ ਆਏ ਨੇ ਕਿ ਉਹ ਰਿਕਵਰ ਕਰ ਚੁੱਕੇ ਨੇ, ਯਾਨੀ ਕਿ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਉਹਨਾਂ ਨੂੰ ਹੋਮ ਕੁਆਰੰਟਾਈਨ ਜ਼ਰੂਰ ਕੀਤਾ ਜਾਏਗਾ, ਕਈਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਵੀ ਦਿੱਤਾ ਹੋਏਗਾ। ਪਰ 22 ਜ਼ਿਲ੍ਹਿਆਂ ਦੇ ਵਿੱਚੋਂ 8 ਜ਼ਿਲ੍ਹੇ ਪੂਰੀ ਤਰ੍ਹਾਂ ਕਰੋਨਾ ਮੁਕਤ ਵੀ ਐਲਾਨੇ ਗਏ ਨੇ। ਤਾਂ ਲਾਜ਼ਮੀ ਤੌਰ ਤੇ ਇੱਕ ਰਾਹਤ ਦੀ ਖਬਰ ਪੂਰੇ ਹਰਿਆਣਾ ਦੇ ਲਈ ਹੈ। ਲਗਾਤਾਰ ਮਾਮਲੇ ਉੱਥੇ ਵਧ ਰਹੇ ਸੀ, ਖਾਸ ਤੌਰ ਤੇ ਜਮਾਤੀਆਂ ਦੀ ਵਜ੍ਹਾ ਨਾਲ ਵੀ ਬਹੁਤ ਸਾਰੇ ਮਾਮਲੇ ਉੱਥੇ ਵਧੇ। 100 ਤੋਂ ਜ਼ਿਆਦਾ ਮਾਮਲੇ ਤਾਂ ਸਿੱਧਾ ਜਮਾਤੀਆਂ ਦੇ ਨਾਲ ਜੁੜੇ ਹੋਏ ਸੀ। ਪਰ ਇਸ ਸਮੇਂ ਰਾਹਤ ਦੀ ਖਬਰ ਹੈ। ਰਾਹਤ ਦੀ ਖਬਰ ਇਹ ਹੈ ਕਿ 237 ਮਾਮਲੇ ਸਾਹਮਣੇ ਆਏ ਹੁਣ ਤੱਕ ਹਰਿਆਣਾ ਦੇ ਵਿੱਚ ਤੇ ਰਿਕਵਰੀ ਰੇਟ ਜ਼ਬਰਦਸਤ ਹੈ। ਇਸ ਸਮੇਂ ਪੂਰੇ ਦੇਸ਼ 'ਚ ਜਾਂ ਪੂਰੀ ਦੁਨੀਆ 'ਚ ਸ਼ਾਇਦ ਇੰਨੀ ਜ਼ਿਆਦਾ ਨਾ ਹੋਵੇ ਜਿੰਨੀ ਹਰਿਆਣਾ ਦੇ ਵਿੱਚ ਨਜ਼ਰ ਆਈ ਹੈ। 127 ਮਾਮਲੇ ਰਿਕਵਰ ਕਰਨ ਦੇ ਸਾਹਮਣੇ ਆ ਚੁੱਕੇ ਨੇ, ਯਾਨੀ ਕਿ 50% ਤੋਂ ਵੀ ਜ਼ਿਆਦਾ ਰਿਕਵਰੀ ਰੇਟ ਇਸ ਸਮੇਂ ਹਰਿਆਣਾ ਦੇ ਵਿੱਚ ਨਜ਼ਰ ਆ ਰਹੀ ਹੈ। 237 ਦੇ ਵਿੱਚੋਂ 127 ਲੋਕ ਠੀਕ ਹੋ ਗਏ ਤਾਂ ਜਿਹੜੇ ਬਾਕੀ 110 ਨੇ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਇੱਕ ਹੌਸਲੇ ਵਾਲਾ ਪੂਰਾ ਮਾਹੌਲ ਕ੍ਰੀਏਟ ਹੁੰਦਾ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਕੋਈ ਜਿੱਤਣ 'ਚ ਕਾਮਯਾਬ ਰਿਹਾ ਇਸ ਜੰਗ ਨੂੰ, ਤਾਂ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਵੀ ਇੱਕ ਜ਼ਰੂਰ ਟੀਚਾ ਦਿਖਣ ਲੱਗਦਾ ਹੈ। ਤਾਂ ਹਰ ਕਿਸੇ ਦੇ ਲਈ ਇਹ ਚੰਗੀ ਖਬਰ ਹੈ। ਪੰਜਾਬ ਦੇ ਲੋਕਾਂ ਦੇ ਲਈ ਵੀ, ਉਹਨਾਂ ਮਰੀਜ਼ਾਂ ਦੇ ਲਈ ਵੀ, ਉਹ ਚਾਹੇ ਪੰਜਾਬ 'ਚ ਹੋਣ, ਪੰਜਾਬ ਤੋਂ ਬਾਹਰ ਹੋਣ, ਹਰਿਆਣਾ ਦੇ ਹੋਣ ਜਾਂ ਦੇਸ਼ ਜਾਂ ਦੁਨੀਆ 'ਚ ਕਿਸੇ ਵੀ ਕੋਨੇ ਤੇ ਹੋਣ, ਉਹਨਾਂ ਦੇ ਲਈ ਵੀ ਇੱਕ ਰਾਹਤ ਦੀ ਖਬਰ ਹੈ ਕਿ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ। ਬਸ ਥੋੜਾ ਜਿਹਾ ਹੌਸਲਾ ਦਿਖਾਣਾ ਹੋਏਗਾ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਹੋਏਗਾ।
ਤਾਂ ਹਰਿਆਣਾ ਤੋਂ ਵੱਡੀ ਰਾਹਤ ਦੀ ਖਬਰ ਆਈ, ਜਿੱਥੇ 50% ਦੇ ਕਰੀਬ ਜਿਹੜੇ ਮਰੀਜ਼ ਨੇ ਉਹਨਾਂ ਨੇ ਰਿਕਵਰ ਕੀਤਾ, ਯਾਨੀ ਕਿ ਕਰੋਨਾ ਨੂੰ ਮਾਤ ਦਿੱਤੀ ਹੈ। ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ, ਕੁਝ ਹੀ ਪਲਾਂ ਦੇ ਵਿੱਚ ਹਾਜ਼ਰ ਹੋਵਾਂਗੇ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਕਰੋਨਾ ਤੇ ਕਾਬੂ ਪਾਉਣ ਦੇ ਲਈ ਦੇਸ਼ ਭਰ ਦੇ ਵਿੱਚ ਲਾਕਡਾਊਨ ਹੈ, ਪਰ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਡਰਾਉਣ ਵਾਲੀਆਂ ਨੇ, ਕਿਉਂਕਿ ਇੱਥੇ ਨਾ ਸਿਰਫ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ, ਸਗੋਂ ਕਰਫਿਊ 'ਚ ਢਿੱਲ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਵਾਲ ਇਹੀ ਹੈ ਕਿ ਇਸ ਲਾਪਰਵਾਹੀ ਨਾਲ ਲਾਕਡਾਊਨ ਦਾ ਮਕਸਦ ਕੀ ਪੂਰਾ ਹੋਏਗਾ? ਇੱਕ ਪਾਸੇ ਦੇਸ਼ ਭਰ ਦੇ ਵਿੱਚ ਲਾਕਡਾਊਨ ਤਾਂ ਦੂਜੇ ਪਾਸੇ ਜਿਸ ਪੰਜਾਬ 'ਚ ਕਰਫਿਊ ਹੈ, ਉੱਥੋਂ ਦੇ ਹਾਲਾਤ ਦੇਖੋ। ਵਿਵਸਥਾ ਤੇ ਕਰੋਨਾ ਦੀ ਲੜਾਈ ਨੂੰ ਮੂੰਹ ਚੜਾਉਣ ਵਾਲੀਆਂ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ, ਜਿੱਥੇ ਕਰਫਿਊ ਦੇ ਵਿੱਚ ਕੁਝ ਢਿੱਲ ਇਸ ਲਈ ਦਿੱਤੀ ਗਈ ਸੀ ਤਾਂ ਕਿ ਲੋਕ ਜ਼ਰੂਰਤ ਦਾ ਸਮਾਨ ਖਰੀਦ ਸਕਣ। ਪਰ ਇਹਨਾਂ ਲੋਕਾਂ ਨੂੰ ਸ਼ਾਇਦ ਨਾ ਤਾਂ ਸੋਸ਼ਲ ਡਿਸਟੈਂਸਿੰਗ ਦੇ ਮਾਇਨੇ ਸਮਝ ਆਉਂਦੇ ਨੇ, ਨਾ ਆਪਣੀ ਜ਼ਿੰਦਗੀ ਦੀ ਕੀਮਤ, ਜਿਸ ਉੱਤੇ ਕਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਉੱਤੇ ਨਿਊਜ਼ 18 ਨੇ ਸਵਾਲ ਚੁੱਕੇ। ਮਾਮਲੇ ਨੂੰ ਲੈ ਕੇ ਨਿਊਜ਼ 18 ਨੇ ਪਠਾਨਕੋਟ ਡੀਸੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਵਿਵਸਥਾ ਦੇ ਵਿੱਚ ਭੁੱਲ ਦੀ ਗੱਲ ਕਬੂਲੀ ਅਤੇ ਭਰੋਸਾ ਦਿਵਾਇਆ ਕਿ ਹੁਣ ਘਰ ਘਰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਲਾਪਰਵਾਹੀ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਦੇਖੋ ਆਲਰੇਡੀ ਆਈ ਐਮ ਵੈਰੀ ਮਚ ਸੀਰੀਅਸ ਅਬਾਊਟ ਇਟ। ਮੈਂ ਏਡੀਸੀ ਨੂੰ ਅਸੀਂ ਰਾਤੀ ਐਡੀਸ਼ਨਲ ਡਿਪਟੀ ਕਮਿਸ਼ਨਰ ਤੇਰੇ ਇਹਦੇ ਤੇ ਫੈਕਟ ਫਾਈਂਡਿੰਗ ਕਰ ਰਹੇ, ਇਨਕੁਆਇਰੀ ਹੋਰ 2-3 ਘੰਟੇ ਤੱਕ, ਔਰ ਅਸੀਂ ਇਹਨੂੰ ਸਾਰਾ ਨੋਰਮ ਜੋ ਸਾਡਾ ਹੈਗਾ ਉਹਦੇ ਮੁਤਾਬਕ ਇਸ ਤਰ੍ਹਾਂ ਨਹੀਂ ਅਲਾਉ ਕਰਾਂਗੇ ਵੀ ਕਿਸੇ ਤਰੀਕੇ ਨਾਲ ਵੀ ਹਨੇਰੇ ਔਰ ਆਹ ਚੀਜ਼ ਦੁਬਾਰਾ ਰਿਪੀਟ ਹੋ। ਦੂਜੇ ਪਾਸੇ ਇਸ ਲਾਪਰਵਾਹੀ ਦੇ ਪਿੱਛੇ ਲੋਕਾਂ ਦੀ ਮਜਬੂਰੀ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੀ ਸਾਫ਼ ਨਜ਼ਰ ਆਉਂਦੀ ਹੈ, ਕਿਉਂਕਿ ਪੰਜਾਬ ਦੇ ਵਿੱਚ 1 ਮਹੀਨੇ ਤੋਂ ਕਰਫਿਊ ਹੈ ਅਤੇ ਰਾਸ਼ਨ ਨਾ ਮਿਲਣ ਉੱਤੇ ਹੁਣ ਲੋਕਾਂ ਦੇ ਸਬਰ ਦਾ ਬੰਨ ਟੁੱਟਣ ਲੱਗਾ ਹੈ। ਬੱਚਿਆਂ ਦੀ ਭੁੱਖ ਬਰਦਾਸ਼ਤ ਨਾ ਹੋਣ ਦੀ ਵਜ੍ਹਾ ਨਾਲ ਵਾਰਡ ਨੰਬਰ 39 ਦੇ ਕਰੀਬ 300 ਪਰਿਵਾਰ ਇਕੱਠੇ ਹੋ ਗਏ। ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਇਹਨਾਂ ਲੋਕਾਂ ਨੇ ਰਾਸ਼ਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇੱਧਰ ਕੋਈ ਹੈਲਪ ਵਾਸਤੇ ਸਾਡਾ ਨਹੀਂ ਆਇਆ। ਸਾਡੇ ਇੱਕ ਦਿਨ ਐਮਸੀ ਸਾਹਿਬ ਖਾਣਾ ਲੈ ਕੇ ਆਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਕੋਈ ਸਾਡੀ ਆਧਾਰ ਕਾਰਡ ਵਗੈਰਾ ਦੇ ਨੰਬਰ ਲਿਖ ਕੇ ਲੈ ਗਏ ਕਿ ਰਾਸ਼ਨ ਮਿਲੇਗਾ। ਅੱਜ ਕਿੰਨੇ ਦਿਨ ਹੋ ਗਏ, ਕੋਈ ਰਾਸ਼ਨ ਨਹੀਂ, ਕੋਈ ਸੁਵਿਧਾ ਨਹੀਂ, ਕੋਈ ਸਾਨੂੰ ਇੱਧਰ ਪੁੱਛਣ ਨਹੀਂ ਆਇਆ ਕਿ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਕੁਝ ਨਹੀਂ। ਮੈਨੂੰ ਪਰੇਸ਼ਾਨੀ ਜੋਂਦੀ ਭਾਜੀ ਚਲੇ ਕਰਦਾ ਉਦੋਂ ਦੇ ਸਾਡੇ ਬੱਚੇ ਛੋਟੇ ਛੋਟੇ ਬੰਦੇ ਘਰ ਬੈਠੇ ਦੇ, ਸਾਰੇ ਮੁੰਡੇ ਘਰ ਬੈਠੇ ਦੇ, ਕੋਈ ਰਾਸ਼ਨ ਨਹੀਂ ਹੈ, ਕੁਝ ਨਹੀਂ। ਸਾਡੇ ਛੋਟੇ ਛੋਟੇ ਬੱਚੇ ਰੋਟੀ ਵਾਸਤੇ ਤਰਸਣ ਦੇ ਆ, ਜੇ ਲੈ ਕੇ ਆਂਦੇ ਰੋਟੀ ਲੈਂਦੇ ਤਾਂ ਨਹੀਂ ਆਂਦੇ, ਪੱਲੇ ਮਹੱਲੇ 'ਚ ਜਾ ਕੇ ਚਲ ਜਾਂਦੇ। ਸਾਨੂੰ ਰੋਟੀ ਨਹੀਂ, ਕੁਝ ਨਹੀਂ ਹੈ। ਹੁਣ ਅਸੀਂ ਕਿੱਥੇ ਜਾਈਏ? ਅਸੀਂ ਕੰਮ ਕਰਨ ਵਾਲੇ ਕੰਮ ਵੀ ਬੰਦ, ਲੋਕਾਂ ਕੰਮ ਵੀ ਨਹੀਂ ਕਰਾਉਂਦੇ। ਇਸ ਮੌਕੇ ਉੱਤੇ ਸਥਾਨਕ ਪਾਰਸ਼ਦ ਨੇ ਵੀ ਮੰਨਿਆ ਕਿ ਵਾਰਡ ਦੇ ਵਿੱਚ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਰਹਿੰਦੇ ਨੇ ਅਤੇ ਉਹਨਾਂ ਦੇ ਲਈ 2 ਦਿਨ ਦੇ ਵਿੱਚ ਇੰਤਜ਼ਾਮ ਕਰਵਾਇਆ ਜਾਵੇਗਾ। ਬਹੁਤ ਵਿਚਾਰੇ ਪਰੇਸ਼ਾਨ ਨੇ, ਮੈਂ ਡੇਲੀ ਆ ਕੇ ਇਹਨਾਂ ਨੂੰ ਮਿਲ ਵੀ ਰਿਹਾ ਹਾਂ। ਕੱਲ ਮੈਂ ਅਫਸਰਸ ਗਿਆ ਸੀ ਕਿ ਸਰ ਇਹ ਬਹੁਤ ਪਠਾਨਕੋਟ ਦਾ ਨੰਬਰ 1 ਸਲਮ ਏਰੀਆ ਹੈ। ਉਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਿ 2-3 ਦੇ ਵਿੱਚ ਤੁਹਾਨੂੰ ਜਿਹੜਾ ਇੱਧਰ ਦਾ ਸਾਰਾ ਏਰੀਆ ਦਾ ਇਕੱਠੀਆਂ ਕਿੱਟਾਂ ਦੇ ਕੇ ਇਹ ਸਾਰਿਆਂ ਨੂੰ ਅਫਸਰ ਆਣਗੇ ਤਾਂ ਬਣ ਕੇ ਜਾਣ। ਬਹਰਹਾਲ ਲੋਕਾਂ ਦੇ ਸਾਹਮਣੇ ਕਰੋਨਾ ਤੋਂ ਬਚਣ ਦੇ ਨਾਲ-ਨਾਲ ਭੁੱਖ ਮਿਟਾਉਣ ਦੀ ਵੀ ਚੁਣੌਤੀ ਹੈ। ਜ਼ਰੂਰੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਹੋਣ ਅਤੇ ਲੋਕ ਵੀ ਇਹ ਸਮਝਣ ਕਿ ਕਰਫਿਊ ਦੇ ਵਿੱਚ ਛੋਟ ਦਾ ਮਤਲਬ ਭੀੜ ਇਕੱਠੀ ਕਰਨ ਦੀ ਆਜ਼ਾਦੀ ਨਹੀਂ ਹੁੰਦੀ, ਬਲਕਿ ਇਸ ਨਾਲ ਸਾਡੀ ਅਤੇ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਪਠਾਨਕੋਟ ਤੋਂ ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ। ਉਧਰ ਇੱਕ ਪਾਸੇ ਜਿੱਥੇ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕ ਕਰੋਨਾ ਦੀ ਮਹਾਮਾਰੀ ਦੇ ਸੰਕਟ ਦੇ ਨਾਲ ਜੂਝ ਰਹੇ ਨੇ, ਉੱਥੇ ਕੁਝ ਸ਼ਰਾਰਤੀ ਅਤੇ ਸਨਕੀ ਕਿਸਮ ਦੇ ਲੋਕ ਕਈ ਤਰ੍ਹਾਂ ਦੇ ਨਾਲ ਇਸ ਖੌਫ ਨੂੰ ਹੋਰ ਸਨਸਨੀਖੇਜ਼ ਬਣਾ ਰਹੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਬਲਵੰਡਾ ਵਿੱਚ, ਜਿੱਥੇ ਘਰ ਦੇ ਬਾਹਰ ਤਬਲੀਗੀ ਮਰਕਜ਼ ਦੇ ਕਥਿਤ ਪੱਤਰ ਮਿਲੇ, ਜਿਸ ਨਾਲ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਹ ਕੋਝੀ ਸ਼ਰਾਰਤ ਕੀਤੀ ਗਈ ਕਰੋਨਾ ਦੀ ਦਹਿਸ਼ਤ ਫੈਲਾਉਣ ਲਈ। ਇਹਨਾਂ ਚਿੱਠੀਆਂ ਦੇ ਜ਼ਰੀਏ ਕੋਸ਼ਿਸ਼ ਕੀਤੀ ਗਈ ਆਪਸੀ ਭਾਈਚਾਰੇ ਨੂੰ ਲਾਂਬੂ ਲਾਉਣ ਦੀ। ਤਸਵੀਰਾਂ ਗੁਰਦਾਸਪੁਰ ਦੇ ਪਿੰਡ ਬਲਵੰਡਾ ਦੀਆਂ ਨੇ, ਜਿੱਥੇ ਇਸ ਘਰ ਦੇ ਬਾਹਰ ਤਬਲੀਗੀ ਮਰਕਜ਼ ਦੇ ਕਥਿਤ ਲਿਖਤੀ ਪੱਤਰ ਪਰਿਵਾਰ ਨੂੰ ਮਿਲੇ ਤੇ ਜਦੋਂ ਪਰਿਵਾਰ ਨੇ ਇਹ ਪੱਤਰ ਪੜ੍ਹੇ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਦਰਅਸਲ ਇਹਨਾਂ ਪੱਤਰਾਂ 'ਚ ਲਿਖਿਆ ਸੀ ਕਿ ਉਹ ਮੌਲਾਨਾ ਮਰਕਜ਼ ਦੇ ਬੰਦੇ ਨੇ, ਉਹ ਗੁਰਦਾਸਪੁਰ ਵਿੱਚ ਕਰੋਨਾ ਫੈਲਾਉਣ ਆਏ ਨੇ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਖਤਮ ਕਰ ਦੇਣਗੇ। ਇਹ ਪੱਤਰ ਪੜ੍ਹਦੇ ਹੀ ਪਿੰਡ 'ਚ ਸਹਿਮ ਦਾ ਮਾਹੌਲ ਬਣ ਗਿਆ।
ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਪੂਰੀ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਮੇਰੇ ਘਰ ਦੇ ਵਿੱਚ ਇਹ 3 ਕਾਗਜ਼ ਉਹਨਾਂ ਨੇ ਸੁੱਟੇ ਸੀਗੇ, ਜਿਨ੍ਹਾਂ ਦੇ ਉੱਤੇ ਕਾਫੀ ਕੁਝ ਲਿਖਿਆ ਹੋਇਆ ਸੀ। ਉਹ ਅਸੀਂ ਅਫਸਰਾਂ ਨੂੰ ਦੱਸਤਾ ਸਾਰਿਆਂ ਨੂੰ। ਉਹਨਾਂ ਨੇ ਲਿਖਿਆ ਹੈ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ 5 ਮਰਕਜ਼ ਦੇ ਬੰਦੇ ਆਏ ਹਾਂ ਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਆਪਾਂ ਮਤਲਬ ਬਰਬਾਦ ਕਰ ਦਿਆਂਗੇ। ਬੜਾ ਕੁਝ ਲਿਖਿਆ ਹੋਇਆ। ਸਾਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਤੇ ਗੁਰਦਾਸਪੁਰ ਦੇ ਵਿੱਚ 5 ਬੰਦੇ ਆਏ ਹਾਂ, ਮਰਕਜ਼ ਤੇ ਬੰਦੇ ਆ ਅਸੀਂ ਤੇ ਮਤਲਬ ਗੇਟਾਂ ਨੂੰ ਇਹ ਥੁੱਕ ਲਾ ਦਿੱਤਾ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਇਨ੍ਹਾਂ ਹੱਥ ਲਿਖਤ ਪੱਤਰਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਦਾਅਵਾ ਹੈ ਜਲਦ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਨੂੰ ਕਾਬੂ ਕਰ ਲਿਆ ਜਾਵੇਗਾ। ਅਸੀਂ ਸਮੇਤ ਫੋਰਸ ਇੱਥੇ ਪਹੁੰਚ ਗਏ ਸੀ। ਅਸੀਂ ਪਹੁੰਚ ਕੇ ਸਾਰਾ ਵੈਰੀਫਾਈ ਕੀਤਾ, ਜਿਹੜੇ ਉਹ ਪਰਚੇ ਸੀ ਉਹ ਵੀ ਦੇਖੇ ਨੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਰਹੇ ਆ। ਔਰ ਬਾਕੀ ਜਿਹੜੇ ਸਿਵਲ ਪ੍ਰਸ਼ਾਸਨ ਦੇ ਵੀ ਸਾਰੇ ਅਫਸਰ ਇੱਥੇ ਪਹੁੰਚ ਗਏ ਨੇ। ਇਸ ਜਿਹੜੇ ਪਿੰਡ ਨੂੰ ਪੂਰਾ ਸੈਨੀਟਾਈਜ਼ ਕਰ ਰਹੇ ਆ। ਜਾਂਚ 'ਚ ਜੁਟੀ ਪੁਲਿਸ ਪਿੰਡ ਦੇ ਗੁਰਦੁਆਰੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਜਿਸ ਘਰ ਦੇ ਬਾਹਰ ਤੋਂ ਇਹ ਪੱਤਰ ਮਿਲੇ ਉਹ ਘਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦਾ ਹੈ। ਖੈਰ, ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ, ਪਰ ਨਿਊਜ਼ 18 ਲੋਕਾਂ ਨੂੰ ਅਪੀਲ ਕਰਦਾ ਹੈ ਕਿ ਅਜਿਹੀਆਂ ਕੋਝੀਆਂ ਅਫਵਾਹਾਂ ਤੋਂ ਸਾਵਧਾਨ ਰਹੋ, ਕਿਉਂਕਿ ਇਸ ਮੁਸ਼ਕਲ ਘੜੀ 'ਚ ਕੁਝ ਸ਼ਰਾਰਤੀ ਅਨਸਰ ਧਰਮ ਦੀ ਆੜ 'ਚ ਤੁਹਾਡੀ ਕੋਰੋਨਾ ਖਿਲਾਫ ਜੰਗ ਤੇ ਏਕਤਾ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ। ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਕਸ਼ਮੀਰੀਆਂ ਦੇ ਨਾਲ ਜੁੜੀ ਹੋਈ ਹੈ। 1200 ਕਸ਼ਮੀਰੀ ਆਪਣੇ ਘਰ ਪਹੁੰਚੇ ਨੇ। ਜੀ ਹਾਂ, 1200 ਕਸ਼ਮੀਰੀ ਆਖਿਰਕਾਰ ਆਪਣੇ ਘਰ ਜੰਮੂ ਕਸ਼ਮੀਰ ਪਹੁੰਚੇ ਨੇ। 20 ਦਿਨਾਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ। ਪਠਾਨਕੋਟ ਦੇ ਵਿੱਚ ਹੀ ਫਸੇ ਹੋਏ ਸਨ। ਵੱਖ-ਵੱਖ ਥਾਵਾਂ ਤੋਂ ਆਏ ਕਸ਼ਮੀਰੀ ਤੇ 20 ਦਿਨ ਪਠਾਨਕੋਟ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਐਂਟਰੀ ਦੀ ਫਿਰ ਮਨਜ਼ੂਰੀ ਦਿੱਤੀ। ਪਹਿਲਾਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਸਾਰੀਆਂ ਸਹੂਲਤਾਂ ਇਹਨਾਂ ਨੂੰ ਮੁਹੱਈਆ ਕਰਵਾਈਆਂ। ਡੀਜੀਪੀ ਦਿਨਕਰ ਗੁਪਤਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ। ਵੱਡੀ ਖਬਰ ਇਸ ਕਰਕੇ ਵੀ ਹੋ ਜਾਂਦੀ ਹੈ ਕਿਉਂਕਿ ਦੇਖੋ ਇਸ ਸਮੇਂ ਬਹੁਤ ਜ਼ਰੂਰੀ ਸੀ ਕਿ ਸੂਬਾ ਜੰਮੂ ਕਸ਼ਮੀਰ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਆਪਣੇ ਸੂਬੇ ਦੇ ਵਿੱਚ ਰੱਖਦਾ। ਬੇਸ਼ੱਕ ਉਹਨਾਂ ਨੂੰ ਉੱਥੇ ਕੁਆਰੰਟਾਈਨ ਕਰ ਦਿੱਤਾ ਜਾਂਦਾ, ਪਰ ਅਜਿਹਾ ਨਹੀਂ ਕੀਤਾ ਗਿਆ। ਪਰ ਪੰਜਾਬ ਸਰਕਾਰ ਨੇ ਕਦਮ ਅੱਗੇ ਵਧਾਏ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦਾ ਜਿਹੜਾ ਬਾਰਡਰ ਹੈ ਜੰਮੂ ਦੇ ਨਾਲ ਲੱਗਦਾ ਪਠਾਨਕੋਟ ਦੇ ਨੇੜੇ, ਤਾਂ ਉੱਥੇ ਪਠਾਨਕੋਟ ਦੇ ਕੋਲ ਆ ਕੇ ਲੋਕ ਫਸੇ ਹੋਏ ਸਨ। ਕਿਸੇ ਤਰੀਕੇ ਨਾਲ ਪਠਾਨਕੋਟ ਤੱਕ ਪਹੁੰਚੇ, ਕੋਈ ਲਿਫਟ ਲੈ ਕੇ, ਕੋਈ ਬੱਸਾਂ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਪਠਾਨਕੋਟ ਪਹੁੰਚਦੇ ਨੇ। ਕਰੀਬ 1200 ਇਹਨਾਂ ਦੀ ਤਾਦਾਦ ਸੀ, ਪਰ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਉੱਥੇ ਹੀ ਰੋਕਿਆ ਰੱਖਿਆ। ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸੀ, ਉੱਥੇ ਉਹਨਾਂ ਦੇ ਖਾਣ ਪੀਣ ਰਹਿਣ ਦਾ ਇੰਤਜ਼ਾਮ ਕੀਤਾ ਗਿਆ। ਇਹਨਾਂ ਨੂੰ ਇੱਕ ਤਰੀਕੇ ਨਾਲ ਕੁਆਰੰਟਾਈਨ ਕੀਤਾ ਗਿਆ। ਕਰੀਬ 20 ਦਿਨ ਦਾ ਇਹ ਸਮਾਂ ਸੀ ਤੇ ਉਸ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੀ ਐਂਟਰੀ ਹੋਈ ਹੈ, ਯਾਨੀ ਕਿ ਆਪਣੇ ਘਰਾਂ ਨੂੰ ਜਾ ਰਹੇ ਨੇ, ਉੱਥੇ ਪਹੁੰਚੇ ਨੇ। ਰੁਕ ਕਰਦੇ ਹਾਂ, ਮੇਰੇ ਸਹਿਯੋਗੀ ਸਾਡੇ ਨਾਲ ਨੇ ਨਪਿੰਦਰ ਬਰਾੜ ਇਸ ਖਬਰ ਤੇ ਜਾਣਕਾਰੀ ਦੇ ਨਾਲ। ਨਪਿੰਦਰ, ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ? ਇਜਾਜ਼ਤ ਆਖਿਰਕਾਰ ਦੇ ਹੀ ਦਿੱਤੀ ਜੰਮੂ ਕਸ਼ਮੀਰ ਸਰਕਾਰ ਨੇ, ਪਰ ਪੰਜਾਬ ਸਰਕਾਰ ਦਾ ਰੋਲ ਜੋ ਰਿਹਾ ਜਾਂ ਪੰਜਾਬ ਪੁਲਿਸ ਦਾ ਜੋ ਰੋਲ ਰਿਹਾ ਉਹ ਵਾਕਈ ਇਸ ਸਮੇਂ ਕਾਬਿਲੇ ਤਾਰੀਫ ਜਾਂ ਸ਼ਲਾਘਾਯੋਗ। ਬਿਲਕੁਲ, ਦੇਖੋ ਬੜੀ ਵੱਡੀ ਗੱਲ ਹੈ ਜਦੋਂ ਤੁਹਾਡੀ ਆਪਣੀ ਸਟੇਟ ਤੁਹਾਨੂੰ ਲੈਣ ਤੋਂ ਇਨਕਾਰ ਕਰ ਦੇਣੀ ਔਰ ਦੂਜੀ ਸਟੇਟ ਹੈ ਜਿਹੜੀ ਉਹ ਸਿਹਤ ਦਾ ਕੰਮ ਕਰੇ, ਤੁਹਾਡੀ ਦੇਖਭਾਲ ਕਰੇ, ਮਾੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਸਾਂਭ ਕੇ ਰੱਖੇ, ਉਹ ਵੱਡੀ ਗੱਲ ਹੋ ਜਾਂਦੀ ਹੈ। ਤਾਂ ਦੇਖੋ 1200 ਕਸ਼ਮੀਰੀ ਲੋਕ ਸੀਗੇ ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਜਿਹੜੇ ਪੰਜਾਬ ਦੇ ਮੌਕੇ ਨਾਲ ਪਠਾਨਕੋਟ ਦੇ ਵਿੱਚ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਸੀ। ਤਾਂ ਜਦੋਂ ਇਹ ਹਾਲਾਤ ਵਿਗੜੇ ਤਾਂ ਇਹਨਾਂ ਨੂੰ ਜੰਮੂ ਕਸ਼ਮੀਰ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੰਮੂ ਕਸ਼ਮੀਰ ਸਰਕਾਰ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਨਹੀਂ ਲਵਾਂਗੇ, ਕਿਉਂਕਿ ਕਰੋਨਾ ਦਾ ਡਰ ਜਿਹੜਾ ਉਹ ਸਭ ਨੂੰ ਸਤਾ ਰਿਹਾ ਸੀ। ਹਾਲਾਂਕਿ ਉਹਨਾਂ ਦੇ ਆਪਣੇ ਬਾਸ਼ਿੰਦੇ ਸੀ, ਉਹਨਾਂ ਦੇ ਆਪਣੇ ਸਟੇਟ ਤੇ ਰਹਿਣ ਵਾਲੇ ਸੀ, ਪਰ ਪੰਜਾਬ ਸਰਕਾਰ ਨੇ ਫਿਰ ਫਰਾਕ ਦਿਲੀ ਦਿਖਾਈ ਔਰ ਇਹਨਾਂ ਨੂੰ ਸਾਰਿਆਂ ਨੂੰ ਲਿਆਂਦਾ। ਬੜੇ ਸੇਫਲੀ ਇਹਨਾਂ ਨੂੰ ਜਿਹੜਾ ਕੁਆਰੰਟਾਈਨ ਕੀਤਾ ਗਿਆ। ਪੁਲਿਸ ਨੇ ਬੜੇ ਦੇਖ ਰੇਖ ਦੇ ਵਿੱਚ ਇਹਨਾਂ ਨੂੰ ਰੱਖਿਆ। ਲਗਾਤਾਰ ਇਹਨਾਂ ਦੀ ਮੋਨੀਟਰਿੰਗ ਕੀਤੀ ਗਈ, ਲਗਾਤਾਰ ਇਹਨਾਂ ਦੇ ਹਰ ਤਰ੍ਹਾਂ ਦੇ ਇਹਨਾਂ ਦੇ ਲਈ ਪ੍ਰਬੰਧ ਕੀਤੇ ਗਏ ਤਾਂ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਕਿਉਂਕਿ ਇੱਕ ਮਾੜਾ ਸਮਾਂ, ਮਾੜੇ ਹਾਲਾਤ, ਉੱਤੋਂ ਦੂਜੀ ਸਟੇਟ ਦੇ ਸਾਡੇ ਕੋਲੇ ਮਹਿਮਾਨ ਆਏ ਹੋਏ ਸੀ, ਤਾਂ ਇਹਨਾਂ ਨੂੰ ਮਹਿਮਾਨਾਂ ਵਾਂਗੂ ਟ੍ਰੀਟ ਕੀਤਾ ਗਿਆ। ਔਰ ਪ੍ਰੋਪਰ 21 ਦਿਨ ਜਦੋਂ ਕੁਆਰੰਟਾਈਨ ਦਾ ਸਮਾਂ ਪੂਰਾ ਹੋ ਗਿਆ ਤਾਂ ਇਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਦੁਬਾਰਾ ਜਿਹੜੀ ਸਟੇਟ ਦੇ ਨਾਲ ਗੱਲ ਕੀਤੀ ਗਈ। ਫਿਰ ਆਖਿਰਕਾਰ ਉਹਨਾਂ ਨੇ ਜਿਹੜੀ ਇਜਾਜ਼ਤ ਦਿੱਤੀ ਕਿ ਹਾਂ ਹੁਣ ਅਸੀਂ ਇਹਨਾਂ ਨੂੰ ਲੈਣ ਦੇ ਲਈ ਤਿਆਰ ਆ, ਤਾਂ ਇਹਨਾਂ ਨੂੰ ਜਿਹੜਾ ਹੈਗਾ ਬਾਹਰ ਹਿਫਾਜ਼ਤ ਜਿਹੜਾ ਹੈਗਾ ਜੰਮੂ ਕਸ਼ਮੀਰ ਪਹੁੰਚਾ ਦਿੱਤਾ ਗਿਆ। ਔਰ ਇਸ ਗੱਲ ਦੀ ਅੱਜ ਜਿਹੜੀ ਹੈ ਕਲੀਅਰ ਤੌਰ ਤੇ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਔਰ ਡੀਜੀਪੀ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਜੰਮੂ ਕਸ਼ਮੀਰ ਸਰਕਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਹੁਣ ਉਹਨਾਂ ਨੂੰ ਅਪਣਾ ਲਿਆ, ਹੁਣ ਉਹਨਾਂ ਨੂੰ ਲੈ ਲਿਆ, ਕਿਉਂਕਿ
ਪੰਜਾਬ ਸਰਕਾਰ ਨੇ ਪ੍ਰੋਪਰ ਉਹਨਾਂ ਨੂੰ 21 ਦਿਨ ਕੁਆਰੰਟਾਈਨ ਕਰਕੇ ਜਿਹੜਾ ਉਹਨਾਂ ਦਾ ਹੈਲਥ ਚੈੱਕਅਪ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜਿਆ। ਤਾਂ ਇੱਕ ਉਹਨਾਂ 1200 ਜਿਹੜੇ ਕਸ਼ਮੀਰੀ ਲੋਕ ਸੀ ਉਹਨਾਂ ਦੇ ਲਈ ਬੜੀ ਸੁਖਦ ਖਬਰ ਹੈ ਔਰ ਇੱਕ ਅੱਛਾ ਮਾਨਵਤਾ ਦਾ ਸੁਨੇਹਾ ਵੀ ਹੈ ਗੌਰਵ। ਬਿਲਕੁਲ ਇੱਕ ਜੈਸਾ ਅਜਿਹਾ ਦਿਖਾਇਆ ਗਿਆ ਹੈ ਪੰਜਾਬ ਦੇ ਵੱਲੋਂ ਜਿਸ ਲਈ ਪੰਜਾਬੀ ਜਾਣੇ ਜਾਂਦੇ ਨੇ ਖੁੱਲੇ ਦਿਲ ਦੇ ਲਈ, ਦਰਿਆ ਦਿਲ ਦੇ ਲਈ। ਸ਼ੁਕਰੀਆ ਨਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਔਖੀ ਘੜੀ ਹੈ ਇਸ ਸਮੇਂ, ਅਸੀਂ ਸਮਝ ਰਹੇ ਹਾਂ, ਹਰ ਕੋਈ ਸਮਝ ਰਿਹਾ ਇਸ ਚੀਜ਼ ਨੂੰ, ਪਰ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਨੇ ਐਂਟਰੀ ਨਹੀਂ ਦਿੱਤੀ ਉਸ ਤੋਂ ਬਾਅਦ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਸੰਭਾਲਿਆ ਨਾ 1200 ਲੋਕਾਂ ਨੂੰ, ਕਸ਼ਮੀਰੀਆਂ ਨੂੰ, ਜੰਮੂ ਕਸ਼ਮੀਰ ਦੇ ਲੋਕਾਂ ਨੂੰ, ਉਹ ਵਾਕਈ ਕਾਬਿਲੇ ਤਾਰੀਫ ਹੈ। ਹੁਣ ਅੱਗੇ ਵਧਦੇ ਇਸ ਸਮੇਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਐਸਆਈ ਹਰਜੀਤ ਸਿੰਘ ਦੇ ਨਾਲ ਜੁੜੀ ਹੋਈ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ, ਜੋ ਰਾਹਤ ਦੀ ਖਬਰ ਹੈ। ਜੀ ਹਾਂ, ਹਰਜੀਤ ਸਿੰਘ ਦਾ ਹੱਥ ਹੁਣ ਕੰਮ ਕਰਨ ਲੱਗਿਆ, ਮੂਵਮੈਂਟ ਉਸ ਦੇ ਵਿੱਚ ਨਜ਼ਰ ਆਈ ਹੈ। ਪਟਿਆਲਾ ਹਮਲੇ ਦੇ ਵਿੱਚ ਜ਼ਖਮੀ ਹੋਏ ਸਨ ਹਰਜੀਤ ਸਿੰਘ ਤੇ ਨਿਹੰਗਾਂ ਨੇ ਹਮਲਾ ਕਰਕੇ ਉਹਨਾਂ ਦਾ ਹੱਥ ਵੱਢ ਦਿੱਤਾ ਸੀ। ਪੀਜੀ ਦੇ ਵਿੱਚ ਹਰਜੀਤ ਸਿੰਘ ਦੀ ਸਰਜਰੀ ਹੋਈ, ਕਰੀਬ 7.5 ਘੰਟੇ ਉਹ ਪੂਰਾ ਆਪਰੇਸ਼ਨ ਚੱਲਿਆ ਸੀ ਤੇ ਇਸ ਵਿਚਾਲੇ ਹਰਜੀਤ ਸਿੰਘ ਨੇ ਸਾਥ ਦੇਣ ਦੇ ਲਈ ਨਿਊਜ਼ 18 ਦਾ ਧੰਨਵਾਦ ਵੀ ਕੀਤਾ, ਮੀਡੀਆ ਦਾ ਧੰਨਵਾਦ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ। ਤਾਂ ਤੁਹਾਨੂੰ ਯਾਦ ਹੋਏਗਾ ਤਸਵੀਰਾਂ ਉਹ ਵੀ ਤੁਹਾਨੂੰ ਅਸੀਂ ਦਿਖਾਣੇ ਆ। ਵੱਡਿਆ ਹੋਇਆ ਹੱਥ ਖੁਦ ਲੈ ਕੇ ਹਸਪਤਾਲ ਦੇ ਵੱਲ ਰਵਾਨਾ ਹੋਏ ਸਨ ਹਰਜੀਤ ਸਿੰਘ। ਉਹਨਾਂ ਦੀ ਬਹਾਦਰੀ, ਜਜ਼ਬੇ ਨੂੰ, ਉਹਨਾਂ ਦੇ ਹੌਸਲੇ ਨੂੰ ਇਸ ਸਮੇਂ ਹਰ ਕੋਈ ਸਲਾਮ ਕਰ ਰਿਹਾ ਹੈ। ਮੁੱਖ ਮੰਤਰੀ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ, ਮੁੱਖ ਮੰਤਰੀ ਨੇ ਉਹਨਾਂ ਨੂੰ ਵੀਡੀਓ ਕਾਲ ਕੀਤਾ ਸੀ, ਗੱਲਬਾਤ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਸੀ ਤੇ ਇਸ ਵਿਚਾਲੇ ਉਹਨਾਂ ਨੂੰ ਹੋਸ਼ ਆਇਆ ਤੇ ਹੁਣ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਵੀ ਹੈ ਤੇ ਮੁਸਕਾਨ ਉਹਨਾਂ ਦੇ ਹੌਸਲੇ, ਜਜ਼ਬੇ ਨੂੰ ਵੀ ਬਿਆਨ ਕਰਦੀ ਹੈ। ਹੱਥ ਉਹਨਾਂ ਦਾ ਜੋੜਿਆ ਗਿਆ ਸਰਜਰੀ ਦੇ ਨਾਲ। 7 ਤੋਂ 7.5 ਘੰਟੇ ਜਿਹੜੇ ਲੱਗੇ ਸਨ, ਉਹ 7.5 ਘੰਟੇ ਦੀ ਸਰਜਰੀ ਤੋਂ ਬਾਅਦ ਉਹਨਾਂ ਦੀ ਇਹ ਕਾਮਯਾਬ ਆਪਰੇਸ਼ਨ ਕੀਤਾ ਗਿਆ। ਹਾਲਾਂਕਿ ਮੂਵਮੈਂਟ ਤੁਸੀਂ ਇਹ ਕਹਿ ਸਕਦੇ ਹੋ ਕਿ ਡਾਕਟਰ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਹੋਣਗੇ ਜਿਸ ਤਰੀਕੇ ਨਾਲ ਇਕਵਿਪਮੈਂਟਸ ਉੱਥੇ ਲਗਾਏ ਗਏ ਹੁੰਦੇ ਨੇ, ਜੋ ਡਾਕਟਰਾਂ ਦੇ ਵੱਲੋਂ ਤੁਹਾਨੂੰ ਤਸਵੀਰਾਂ 'ਚ ਨਜ਼ਰ ਵੀ ਆ ਰਿਹਾ ਹੋਏਗਾ। ਉਹਨਾਂ ਦਾ ਖੱਬਾ ਹੱਥ ਸੀ ਇਸ ਤਸਵੀਰ 'ਚ ਨਜ਼ਰ ਆ ਰਿਹਾ ਹੈ। ਤਾਂ ਇਹ ਵੀ ਡਾਕਟਰ ਕਹਿ ਰਹੇ ਨੇ ਕਿ ਕੁਝ ਮਹੀਨੇ, ਕੁਝ ਹਫ਼ਤੇ ਲੱਗ ਸਕਦੇ ਨੇ ਹਜੇ ਹੋਰ, ਤੇ ਹੌਲੀ ਹੌਲੀ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਉਹਨਾਂ ਦੀ ਕਰਵਾਈ ਜਾਏਗੀ। ਹਾਲਾਂਕਿ ਸਮਾਂ ਲੱਗੇਗਾ ਉਹਨਾਂ ਦੇ ਹੱਥ ਨੂੰ ਬਿਲਕੁਲ ਮੁਕੰਮਲ ਵਰਕ ਕਰਨ ਦੇ ਲਈ, ਪਰ ਜ਼ਰੂਰ ਹੈ ਕਿ ਡਾਕਟਰਾਂ ਦੀ ਮਿਹਨਤ ਦੇ ਨਾਲ ਹੱਥ ਬਚਾਉਣ 'ਚ ਫਿਲਹਾਲ ਲੱਗ ਰਿਹਾ ਹੈ ਕਿ ਜ਼ਰੂਰ ਡਾਕਟਰ ਤੇ ਸਿਹਤ ਵਿਭਾਗ ਦੀ ਟੀਮ ਕਾਮਯਾਬ ਰਹੀ है। आपको कैसा लग रहा है? सब बढ़िया जी। सब ठीक है। और कुछ बोलना चाहते हैं आप? बस आपके बारे में जितना सुना था उससे बहुत ज़्यादा आगे हो, तो बहुत उससे ज़्यादा कुछ नहीं बोलना चाहता। आपकी टीम ने मेरा एक मिनट का साथ दिया जी, आप भी दे रहे हो, लगातार दे रहे हो। बहुत अच्छा लगा जी आपसे हॉस्पिटल में आकर, बहुत ही। 8 दिन ऑपरेट किए हुए हैं इस पेशेंट को, तो एक बहुत कॉम्प्लेक्स और चैलेंजिंग सर्जरी हुआ और ठीक हुआ, और आज जो पेशेंट है बिल्कुल ठीक है और जो उसका सर्कुलेशन बिल्कुल सही है और वो एक स्टेप ऊपर चढ़ गया है। ਤਾਂ ਰਾਹਤ ਦੀ ਖਬਰ ਹੈ, ਹਰਜੀਤ ਸਿੰਘ ਐਸਆਈ ਜੋ ਬਣ ਚੁੱਕੇ ਨੇ, ਏਐਸਆਈ ਤੋਂ ਪ੍ਰਮੋਟ ਉਹਨਾਂ ਨੂੰ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ ਮੂਵਮੈਂਟ ਦਾ ਜ਼ਿਕਰ ਡਾਕਟਰ ਕਰ ਰਹੇ ਨੇ। ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਕਰਦੇ ਹਾਂ, ਕਰੋਨਾ ਦੇ ਸੰਕਟ ਦੇ ਵਿਚਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਨੇ 5 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਡਾਕਟਰਾਂ, ਪੈਰਾਮੈਡੀਕਲ ਸਟਾਫ ਦੇ ਬੱਚਿਆਂ ਨੂੰ ਸਕਾਲਰਸ਼ਿਪ ਯੂਨੀਵਰਸਿਟੀ ਦੇ ਵੱਲੋਂ ਦਿੱਤੀ ਜਾਵੇਗੀ। ਪੁਲਿਸ ਤੇ ਮੀਡੀਆ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਸਾਰੇ ਕੋਰਸਾਂ ਦੇ ਵਿੱਚ 10% ਸੀਟਾਂ ਵੀ ਰਾਖਵੀਆਂ ਰੱਖੀਆਂ ਗਈਆਂ ਨੇ, ਬਿਨਾਂ ਸ਼ਰਤ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਲਾਹਾ ਮਿਲੇਗਾ। ਜੋ ਚਾਂਸਲਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ, ਡਾਕਟਰ, ਪੈਰਾਮੈਡੀਕਲ ਸਟਾਫ ਜੋ ਹੈ, ਪੁਲਿਸ ਦੇ ਮੁਲਾਜ਼ਮ ਨੇ, ਮੀਡੀਆ ਕਰਮੀ ਨੇ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੱਡਾ ਐਲਾਨ ਹੈ। ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ 5 ਕਰੋੜ ਦੀ ਸਕਾਲਰਸ਼ਿਪ ਦਾ ਐਲਾਨ ਕੀਤਾ ਗਿਆ ਹੈ। 10% ਦੀ ਛੋਟ ਦਾ ਜ਼ਿਕਰ ਕੀਤਾ ਗਿਆ ਹੈ। ਰਾਖਵੀਆਂ ਰੱਖਣੀਆਂ ਸੀਟਾਂ ਉਸ ਦਾ ਜ਼ਿਕਰ ਕੀਤਾ ਗਿਆ ਹੈ। ਤਾਂ ਵੱਡੀ ਖਬਰ ਹੈ ਤੇ ਇੱਕ ਚੰਗਾ ਕਦਮ ਤੁਸੀਂ ਕਹਿ ਸਕਦੇ ਹੋ ਕਿ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਇਸ ਸਮੇਂ ਕਰੋਨਾ ਦੇ ਖਿਲਾਫ ਇਸ ਜੰਗ ਦੇ ਵਿੱਚ ਮਦਦ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਗਈ ਹੈ। ਚਾਂਸਲਰ ਸਤਨਾਮ ਸਿੰਘ ਸੰਧੂ ਖੁਦ ਮੌਜੂਦ ਨੇ। ਸੰਧੂ ਸਾਹਿਬ ਨਾਲ ਗੱਲ ਕਰ ਲੈਣ। ਸੰਧੂ ਸਾਹਿਬ, ਜਿਹੜੇ ਹਾਲਾਤ ਬਣੇ ਹੋਏ ਨੇ ਅੱਜ, ਮੈਨੂੰ ਲੱਗਦਾ ਹੈ ਕਿ ਜਿਹੜੇ ਵਿਭਾਗ, ਜਿਹੜੇ ਮਹਿਕਮੇ ਜਿਨ੍ਹਾਂ ਨੂੰ ਆਪਾਂ ਕਈ ਵਾਰੀ ਸ਼ੰਕਾ ਦੀ ਨਜ਼ਰ ਨਾਲ ਦੇਖਦੇ ਰਹੇ ਹਾਂ, ਅੱਜ ਉਹਨਾਂ ਨੂੰ ਸਾਰੇ ਸਲਾਮ ਕਰ ਰਹੇ ਆ ਕਿ ਉਹ ਲੋਕ ਅੱਜ ਫਰੰਟ ਲਾਈਨ ਦੇ ਫੌਜੀ ਨੇ। ਤੁਸੀਂ ਇਹਨਾਂ ਫਰੰਟ ਲਾਈਨ ਦੇ ਫੌਜੀਆਂ ਲਈ ਕੀ ਐਲਾਨ ਕਰਨਾ ਚਾਹੁੰਦੇ ਹੋ? ਬਰਾੜ ਸਾਹਿਬ, ਅੱਜ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਬਹੁਤ ਨਿਮਾਣਾ ਜਿਹਾ ਯਤਨ ਕਰਨ ਲੱਗੇ ਹਾਂ। ਅਸੀਂ ਇੱਕ 5 ਕਰੋੜ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਜਿਹੜੀ ਆ ਉਹ ਰਾਖਵੀਂ ਰੱਖੀ ਹੈ ਔਰ 10% ਸੀਟਾਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਸਾਰੇ ਹੀ ਕੋਰਸਾਂ ਦੇ ਵਿੱਚ, ਹਰ ਕੋਰਸ ਦੇ ਵਿੱਚ ਇਹਨਾਂ ਦੇ ਬੱਚਿਆਂ ਦੇ ਵਾਸਤੇ ਅਸੀਂ ਰਾਖਵੀਆਂ ਕਰ ਰਹੇ ਹਾਂ। ਇਹ ਇੱਕ ਸਨਮਾਨ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਸਾਡੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਾਸਤੇ। ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ
ਕਿ ਇਸ ਦੇ ਵਿੱਚ ਸਾਰੀਆਂ ਕੈਟਾਗਰੀ ਸ਼ਾਮਲ ਨੇ। ਇੱਕ ਕੈਟਾਗਰੀ ਤੁਸੀਂ ਜ਼ਿਕਰ ਨਹੀਂ ਕੀਤਾ। ਥੋੜਾ ਜਿਹਾ ਬਰੀਫ ਕਰ ਦਿਓ ਜੀ, ਕਿਹੜੇ ਕਿਹੜੇ ਲੈ ਰਹੇ ਹੋ? ਹਾਂ, ਇਸ ਦੇ ਵਿੱਚ ਜੀ ਵਾਰਡਸ ਆਫ ਡਾਕਟਰਸ, ਨਰਸਿਸ ਐਂਡ ਅਦਰ ਪੈਰਾਮੈਡੀਕਲ ਸਟਾਫ, ਸੈਨੀਟਾਈਜੇਸ਼ਨ ਵਰਕਰ ਜਿਹੜੇ ਸਫਾਈ ਸੇਵਕ ਨੇ, ਪੁਲਿਸ, ਆਲ ਸਿਕਿਉਰਿਟੀ ਸਟਾਫ, ਐਮਰਜੈਂਸੀ ਡਿਜ਼ਾਸਟਰ ਮੈਨੇਜਮੈਂਟ ਪਰਸਨਲ ਤੇ ਮੀਡੀਆ ਪ੍ਰੋਫੈਸ਼ਨਲ। ਤੁਸੀਂ ਜ਼ਿਕਰ ਨਹੀਂ ਕੀਤਾ ਇੱਥੇ ਨਪਿੰਦਰ ਜੀ ਕਿ ਮੈਨੂੰ ਇਉਂ ਲੱਗਦਾ ਕਿ ਇੱਥੇ ਸਾਰਿਆਂ ਵਾਸਤੇ ਸਾਰੇ ਇੰਪੋਰਟੈਂਟ ਨੇ, ਸਾਰਿਆਂ ਦਾ ਰੋਲ ਬੜਾ ਇੰਪੋਰਟੈਂਟ ਹੈਗਾ। ਇਹਨਾਂ ਦੀ ਸ਼ਾਬਾਸ਼ੀ ਵਾਸਤੇ ਥਾਲੀਆਂ ਖੜਕਾਈਆਂ ਗਈਆਂ, ਮੋਮਬੱਤੀਆਂ ਜਗਾਈਆਂ ਗਈਆਂ, ਸਭ ਕੁਝ ਕੀਤਾ ਗਿਆ, ਲੇਕਿਨ ਸਾਨੂੰ ਲੱਗਿਆ ਕਿ ਨਹੀਂ, ਸਾਨੂੰ ਪ੍ਰੈਕਟੀਕਲੀ ਵੀ ਕੁਝ ਕਰਨਾ ਚਾਹੀਦਾ। ਇਹਨਾਂ ਦੇ ਪਰਿਵਾਰਾਂ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਤੋਂ ਬਤੌਰ ਵਿਦਿਅਕ ਸੰਸਥਾ ਅਸੀਂ ਇਹਨਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਦਾ ਇੰਤਜ਼ਾਮ ਕਰ ਸਕਦੇ ਸੀ ਔਰ ਅਸੀਂ ਫੈਸਲਾ ਕੀਤਾ ਕਿ ਅਸੀਂ ਇਹਨਾਂ ਨੂੰ 5 ਕਰੋੜ ਦੀ ਰਾਸ਼ੀ, ਜਿਹਦੇ ਵਿੱਚ 10% ਸੀਟਾਂ ਤੇ ਘੱਟੋ ਘੱਟ 10% ਹਰ ਬੱਚੇ ਵਾਸਤੇ, ਚਾਹੇ ਉਹਦੇ ਨੰਬਰ ਕਿੰਨੇ ਵੀ ਘੱਟ ਵੱਧ ਹੋਣ। ਆਮ ਤੌਰ ਤੇ ਕਈ ਵਾਰੀ ਕੀ ਹੁੰਦਾ, ਕੋਈ ਸਕੀਮ ਲਾਂਚ ਕਰਕੇ ਸ਼ਰਤਾਂ ਲਾ ਦਿੱਤੀਆਂ ਜਾਂਦੀਆਂ, ਵਿਦਆਊਟ ਐਨੀ ਕੰਡੀਸ਼ਨ ਉਹਨੂੰ ਦਿੱਤਾ ਜਾਏਗਾ। ਅਪ ਟੂ 50% ਤੱਕ ਉਹ ਸਕਾਲਰਸ਼ਿਪ ਲੈ ਸਕਦਾ, ਲੇਕਿਨ ਬਾਕੀ ਸਕਾਲਰਸ਼ਿਪ ਉਹ ਮੈਰਿਟ ਦੇ ਆਧਾਰ ਤੇ ਪ੍ਰਾਪਤ ਕਰੇਗਾ। ਯਾਨੀ 10% ਤੁਸੀਂ 5 ਕਰੋੜ ਰੱਖ ਲਿਆ, ਪਰ ਜੇ ਕੋਈ ਬੱਚਾ ਕਾਬਲ ਹੈ, ਉਹ ਜ਼ਿਆਦਾ ਇੰਟੈਲੀਜੈਂਟ ਹੈ, ਉਹ ਜਾਂ ਮੈਰਿਟ ਦਾ ਬੱਚਾ ਹੈ, ਤਾਂ 50% ਤੱਕ ਜੇ ਜਾਣਾ ਤਾਂ ਉੱਪਰਲਾ 40% ਤੁਸੀਂ ਇਸ ਤੋਂ ਐਕਸਟਰਾ ਪਾਓਗੇ। ਅਸੀਂ ਬਰਾੜ ਸਾਹਿਬ ਫ੍ਰੀ ਪੜਾਉਣ ਤੱਕ ਵੀ ਜਾਵਾਂਗੇ। ਸਾਨੂੰ ਲੱਗੂਗਾ ਕਿ ਇਸ ਦਾ, ਜਿਵੇਂ ਹੁਣ ਇੱਥੇ ਪੁਲਿਸ ਕਰਮਚਾਰੀ ਦੀ ਇੱਕ ਕਿਸੇ ਅਧਿਕਾਰੀ ਦੀ ਕੱਲ ਪਰਸੋਂ ਮੌਤ ਹੋਈ ਹੈ, ਇਹ ਲੜਾਈ ਲੜਦਿਆਂ, ਹੁਣ ਇਹਨਾਂ ਦਾ ਦੇਣ ਅਸੀਂ ਕਿੱਥੋਂ ਦੇ ਸਕਦੇ ਹਾਂ। ਤਾਂ ਅਸੀਂ ਆਪਣਾ ਫਰਜ਼ ਸਮਝਦੇ ਹੋਏ, ਸਾਡੇ ਕੋਲ ਕੋਈ ਬੱਚਾ ਆ ਗਿਆ ਤੇ ਅਸੀਂ ਬਿਲਕੁਲ ਉਹਦੀ ਜ਼ਿੰਮੇਵਾਰੀ ਸਾਰੀ ਸੰਭਾਲਣ ਵਾਸਤੇ ਵੀ ਤਿਆਰ ਹੈਗੇ ਹਾਂ। ਇਹ ਤੇ ਇੱਕ ਸਕੀਮ ਹੈ ਜਿਹੜੀ ਘੱਟੋ ਘੱਟ ਸਕੀਮ ਹੈ ਜਿਹੜੀ ਅਸੀਂ ਲਾਂਚ ਕੀਤੀ ਹੈ, ਲੇਕਿਨ ਅਸੀਂ ਹਰ ਕੇਸ ਨੂੰ ਵੱਖਰੇ ਤੌਰ ਤੇ ਵਾਚਾਂਗੇ ਔਰ ਉਹਦੇ ਵਾਸਤੇ ਜੋ ਵੀ ਉਹਨੂੰ ਸਾਡੀ ਹੈਲਪ ਚਾਹੀਦੀ ਹੋਈ ਅਸੀਂ ਕਰਾਂਗੇ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ। ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਜੰਗ ਦੇ ਵਿੱਚ ਯੋਗਦਾਨ ਦੇ ਲਈ, ਮਦਦ ਕਰਨ ਦੇ ਲਈ। ਅੱਗੇ ਵਧਦੇ ਹਾਂ ਤੇ ਹੁਣ ਫਟਾਫਟ ਅੰਦਾਜ਼ ਦੇ ਵਿੱਚ ਦੇਖਾਂਗੇ ਪੰਜਾਬ ਤੇ ਦੇਸ਼ ਭਰ ਦੀਆਂ ਖਬਰਾਂ ਜੋ ਕਰੋਨਾ ਦੇ ਨਾਲ ਜੁੜੀਆਂ ਹੋਈਆਂ। ਕਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਾਈਨੀਜ਼ ਖਾਣਿਆਂ ਤੋਂ ਬਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਭਾਰਤੀ ਖਾਣੇ ਹੀ ਖਾਣੇ ਚਾਹੀਦੇ ਨੇ ਤਾਂ ਜੋ ਉਹਨਾਂ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਿਰਮਲ ਸਿੰਘ ਖਾਲਸਾ ਦੀ ਮੌਤ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਤੇ ਸਿੱਖਾਂ ਦੇ ਵਿਚਾਲੇ ਕਈ ਸ਼ੰਕੇ ਨੇ ਜੋ ਦੂਰ ਹੋਣੇ ਚਾਹੀਦੇ ਨੇ। ਪਟਿਆਲਾ ਦੇ ਸਫਾਬਾਦੀ ਗੇਟ ਤੇ ਆਰਿਆ ਸਮਾਜ ਇਲਾਕੇ 'ਚ 2 ਕਰੋਨਾ ਕੇਸ ਆਉਣ ਮਗਰੋਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ। ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਵੱਲੋਂ ਟਵੀਟ ਰਾਹੀਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਸਾਰੇ ਇਲਾਕਿਆਂ ਨੂੰ ਸੈਨੀਟਾਈਜ਼ ਕਰਨ ਦੀ ਕੋਸ਼ਿਸ਼ ਵੀ ਲਗਾਤਾਰ ਕੀਤੀ ਜਾ ਰਹੀ ਹੈ। ਬਰਨਾਲਾ ਦੀ ਰਹਿਣ ਵਾਲੀ ਰਾਧਾ ਰਾਣੀ ਨੇ ਕਰੋਨਾ ਨੂੰ ਹਰਾ ਦਿੱਤਾ। ਰਾਧਾ ਰਾਣੀ ਨੂੰ ਪਟਿਆਲਾ ਦਾ ਰਜਿੰਦਰਾ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਔਖੀ ਘੜੀ 'ਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ। ਚਿੱਠੀ ਦੇ ਵਿੱਚ ਉਹਨਾਂ ਮੰਡੀਆਂ 'ਚ ਚੱਲ ਰਹੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਕਰਨ ਦੀ ਲਈ ਕੁਝ ਸੁਝਾਅ ਦਿੱਤੇ। ਬਠਿੰਡਾ ਤੋਂ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਆਪਣੇ ਘਰਾਂ 'ਚ ਕਣਕ ਦਾ ਇਸ ਵਾਰ ਵਾਧੂ ਸਟਾਕ ਰੱਖਣ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਜ਼ੂਰ ਸਾਹਿਬ ਦੇ ਵਿੱਚ ਫਸੇ ਸ਼ਰਧਾਲੂਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਮਹਾਰਾਸ਼ਟਰ ਸਰਕਾਰ ਤੋਂ ਪਾਸ ਦਿਵਾਏ ਜਾਣ। ਭਿਵਾਨੀ 'ਚ ਪ੍ਰਸ਼ਾਸਨ ਦੇ ਵੱਲੋਂ ਲੋੜਵੰਦਾਂ ਤੱਕ ਮਦਦ ਨਾ ਪਹੁੰਚਾਏ ਜਾਣ ਤੇ ਕੌਂਸਲਰਾਂ ਨੇ ਵਿਰੋਧ ਕੀਤਾ ਤੇ ਮੁੰਡਨ ਕਰਵਾ ਕੇ ਆਪਣਾ ਰੋਸ ਜ਼ਾਹਰ ਕੀਤਾ। ਕੌਂਸਲਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਗਰੀਬਾਂ ਨੂੰ ਰਾਸ਼ਨ ਨਾ ਦਿੱਤੇ ਜਾਣ ਦੇ ਇਲਜ਼ਾਮ ਲਗਾਏ। ਬਰਨਾਲਾ ਦੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਨਸ਼ੇੜੀ ਦੂਰੋਂ ਨਸ਼ਾ ਛੱਡਣ ਦੀ ਦਵਾਈ ਲੈਣ ਆ ਰਹੇ ਨੇ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ। ਨਸ਼ੇੜੀਆਂ ਨੇ ਕੇਂਦਰ 'ਚ ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਦਾ ਇਲਜ਼ਾਮ ਵੀ ਲਗਾਇਆ। ਕੋਰੋਨਾ ਦੇ ਸੰਕਟ ਦੇ ਵਿੱਚ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਦੀ ਸਰਕਾਰ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵਿਸ਼ੇਸ਼ ਤੌਰ ਤੇ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਪਹੁੰਚੇ ਤੇ ਉੱਥੇ ਕੰਮ ਕਰ ਰਹੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਆਈਜੀ ਇੰਟੈਲੀਜੈਂਸ ਕੁਮਾਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਰਾਸ਼ਨ ਵੰਡਣ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਕੋਰੋਨਾ ਤੋਂ ਬਚਣ ਦੇ ਲਈ ਹਿਦਾਇਤਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ। ਬਰਨਾਲਾ 'ਚ ਪਈ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਲਾਕਡਾਊਨ ਦੇ ਚੱਲਦੇ ਕਿਸਾਨ ਪਹਿਲਾਂ ਹੀ ਪਰੇਸ਼ਾਨ ਨੇ ਤੇ ਹੁਣ ਕੁਦਰਤੀ ਮਾਰ ਦੇ ਨਾਲ ਕਿਸਾਨ ਦੁਖੀ ਨੇ। ਪਿੰਡ ਦੀਵਾਨਾ ਦੇ ਵਿੱਚ ਤੇਜ਼ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਅਮਲੋਹ ਦੀ ਅਨਾਜ ਮੰਡੀ 'ਚ ਕਿਸਾਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੋਸ਼ਲ ਡਿਸਟੈਂਸਿੰਗ ਦੇ ਨਾਲ ਹੋਰ ਵੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ। ਕਿਸਾਨਾਂ ਦੇ ਲਈ ਮਾਸਕ ਤੇ ਸੈਨੀਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਕਣਕ ਦੀ ਸਰਕਾਰੀ ਖਰੀਦ ਬੇਸ਼ੱਕ ਸ਼ੁਰੂ ਹੋ ਚੁੱਕੀ ਹੈ, ਪਰ ਪਾਸ ਨਾ ਮਿਲਣ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਵਧੀ ਹੋਈ ਹੈ। ਇਸ ਗੱਲ ਨੂੰ ਲੈ ਕੇ ਆੜਤੀ ਵੀ ਪਰੇਸ਼ਾਨ ਨੇ। ਆੜਤੀਆਂ ਮੁਤਾਬਕ ਕਿਸਾਨਾਂ ਨੂੰ ਪਾਸ ਘੱਟ ਮਿਲਣ ਕਾਰਨ ਮੰਡੀ 'ਚ ਕਣਕ ਘੱਟ ਪਹੁੰਚ ਰਹੀ ਹੈ। ਹਰਿਆਣਾ ਦੇ ਵਿੱਚ ਵੀ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਦੇ ਵੱਲੋਂ ਅਨਾਜ ਮੰਡੀ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਨਾ ਆਉਣ ਦਾ ਭਰੋਸਾ ਦਿੱਤਾ ਗਿਆ। ਗੁਰੂਗ੍ਰਾਮ ਦੇ ਸੈਕਟਰ 31 ਦੇ ਵਿੱਚ ਕੋਰੋਨਾ ਓਪਸ ਸੁਸਾਇਟੀ 'ਚ ਰਹਿਣ ਵਾਲੀ ਇੱਕ ਮਹਿਲਾ ਨੇ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰਿਤੂ ਨਾਮ ਦੀ ਮ੍ਰਿਤਕ ਮਹਿਲਾ ਆਪਣੇ ਤੇ ਬੱਚੇ ਦੇ ਨਾਲ ਰਹਿੰਦੀ ਸੀ। ਮਹਿਲਾ IT ਕੰਪਨੀ 'ਚ ਨੌਕਰੀ ਕਰਦੀ ਸੀ। ਲਾਕਡਾਊਨ ਦੌਰਾਨ ਪਲਵਲ ਦੇ ਮਹਾਰਾਣਾ ਪ੍ਰਤਾਪ ਭਵਨ ਦੇ ਵਿੱਚ ਰਹਿ ਰਹੇ ਪ੍ਰਵਾਸੀ ਪਰੇਸ਼ਾਨ ਨੇ। ਪ੍ਰਵਾਸੀਆਂ ਨੇ ਪ੍ਰਸ਼ਾਸਨ ਨੂੰ ਘਰ ਵਾਪਸ ਭੇਜਣ ਦੀ ਅਪੀਲ ਕੀਤੀ ਹੈ। ਉਹਨਾਂ ਹਰ ਹਾਲਤ ਦੇ ਵਿੱਚ ਘਰ ਜਾਣ ਦੀ ਗੱਲ ਕਹੀ। ਕੋਰੋਨਾ ਦੀ ਇਸ ਔਖੀ ਘੜੀ ਦੇ ਵਿੱਚ ਸਫਾਈ ਮੁਲਾਜ਼ਮ ਆਪਣਾ ਕੰਮ ਕਰਦੇ ਨਜ਼ਰ ਆ ਰਹੇ ਨੇ। ਨਾਲਾਗੜ੍ਹ ਦੇ ਵਿੱਚ ਸਫਾਈ ਮੁਲਾਜ਼ਮਾਂ ਦਾ ਹੌਸਲਾ ਵਧਾਇਆ ਗਿਆ। SDM EO ਦੇ ਨਗਰ ਪਰਿਸ਼ਦ ਪ੍ਰਧਾਨ ਨੇ ਇਹਨਾਂ ਨੂੰ ਰਾਸ਼ਨ ਤੇ ਚੈੱਕ ਸੌਂਪੇ। ਇਸ ਬੁਲੇਟਿਨ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।